ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਧਿਆ ਲੱਗ ਸ੍ਰੀ ਸਤਿਗੁਰ ਬੈਠੇ, ਲੋਕ ਹਜ਼ਾਰਾਂ ਦਰਸ਼ਨ ਆਏ। ਪਿਖ ਰਣ ਕੋਕ ਸਮਾਨ ਕਨੇਰੋ, ਮਰੇ ਬਹੁਤ ਅਰ ਉਰਬ ਸਮਾਏ। ਬੰਦਨ ਕਰਹਿ ਨਿਹਾਰਹਿ ਸਨਮੁਖ, ਭਾਂਤ ਭਾਂਤ ਕੀ ਭੇਟ ਚੜਾਏ। ਅਦਭੁਤ ਸਹਿਦ ਸਰਬ ਹੀ ਹਰਿਖੇ, ਸੰਗਰ ਬਾਤ ਕਰਹਿ ਸਮਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਜੇ ਹਨ। ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਨਵੇਂ ਸਾਲ 2020 ਦੀ ਪੂਰਬ ਸੰਧਿਆ ਹੈ, ਜਿਸ ਸਮੇਂ ਆਪਾਂ ਸਾਰੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਕੱਤਰ ਹੋਏ ਹਾਂ ਕਿ ਆਉਣ ਵਾਲਾ ਸਮਾਂ ਸਾਡਾ ਸਫਲਾ ਹੋਵੇ, ਸੁੱਖਾਂ ਦਾ ਹੋਵੇ, ਗੁਰੂ ਦੇ ਚਰਨਾਂ ਨਾਲ ਜੁੜ ਕੇ ਬਤੀਤ ਹੋਵੇ। ਕਿਉਂਕਿ ਮਾਨਸ ਜਨਮ ਕਾ ਇਹੀ ਲਾਹੋ, ਭਜੋ ਗੋਬਿੰਦ ਭੂਲ ਮਤ ਜਾਹੋ। ਮਾਨਸ ਜਨਮ ਕਾ ਇਹੀ ਲਾਹੋ। ਜਿਹੜਾ ਸਮਾਂ ਗੁਰੂ ਦੇ ਚਰਨਾਂ 'ਚ ਬੀਤੇਗਾ ਉਹੀ ਸਮਾਂ ਸਫਲਾ ਹੋਵੇਗਾ। ਤੇ ਇਸ ਕਰਕੇ ਆਪਾਂ ਗੁਰੂ ਦੇ ਚਰਨਾਂ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕਰਨੀ, ਅਰਦਾਸ ਇਹ ਕਰਨੀ ਹੈ ਸਾਡੀ ਜ਼ਿੰਦਗੀ ਦਾ ਹਰ ਪਲ ਗੁਰੂ ਗੁਰੂ ਜਪਦਿਆਂ ਸਫਲਾ ਹੋਵੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਘਰਾਂ ਪਰਿਵਾਰਾਂ ਵਿੱਚ ਵੀ ਸਾਡੇ ਸਿੱਖੀ ਦਾ ਵਾਧਾ ਹੋਵੇ, ਨਾਮ ਬਾਣੀ ਦਾ ਪ੍ਰਚਾਰ ਹੋਵੇ, ਦੁੱਖਾਂ ਕਲੇਸ਼ਾਂ ਦਾ ਨਾਸ ਹੋਵੇ। ਇਸ ਕਰਕੇ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਭਾਵਨਾ ਦੇ ਨਾਲ। ਸੋ ਆਓ ਪਿਆਰਿਓ, ਜੋ ਲੜੀਵਾਰ ਕਥਾ ਚੱਲ ਰਹੀ ਹੈ ਗੁਰੂ ਦਰਬਾਰ ਦੇ ਵਿੱਚ, ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਜੰਗਾਂ ਲੜੀਆਂ ਜ਼ੁਲਮ ਦੇ ਖਿਲਾਫ। ਤੀਸਰੀ ਜੰਗ ਮਹਾਰਾਜ ਨੇ ਉਦੋਂ ਲੜੀ ਜਦੋਂ ਬਾਬਾ ਵਿਧੀ ਚੰਦ ਜੀ ਸਰਕਾਰ ਦੇ ਘੋੜੇ ਕੱਢ ਕੇ ਲਾਹੌਰ ਦੇ ਕਿਲੇ ਵਿੱਚੋਂ ਮਹਾਰਾਜ ਦੇ ਚਰਨਾਂ 'ਚ ਪਹੁੰਚਾ ਦਿੱਤੇ। ਘੋੜੇ ਵਾਪਸ ਲੈਣ ਲਈ ਲਲਾ ਬੇਗ, ਕੰਬਰ ਬੇਗ, ਕਾਬਲ ਬੇਗ, ਇਹ ਸਾਧ ਸੰਗਤ ਜੀ ਕਾਬਲ ਦਾ ਸੂਬੇਦਾਰ ਸੀ ਲਲਾ ਬੇਗ, 35,000 ਫੌਜ ਲੈ ਕੇ ਆਇਆ। ਮਹਾਰਾਜ ਦੇ ਨਾਲ ਬੜਾ ਘਮਸਾਣ ਦਾ ਜੰਗ, ਮਾਲਵੇ ਦੀ ਧਰਤੀ ਤੇ ਫੂਲ ਮਹਾਰਾਜ, ਜਿੱਥੇ ਬਠਿੰਡੇ ਦੇ ਇਲਾਕੇ ਵਿੱਚ ਬਹੁਤ ਵੱਡਾ ਪਿੰਡ ਵਸ ਗਿਆ ਹੁਣ ਮਹਾਰਾਜ, ਉਸ ਜਗ੍ਹਾ ਤੇ ਜੰਗ ਹੋਇਆ। ਜਦੋਂ ਮਹਾਰਾਜ ਨੇ ਜੰਗ ਜਿੱਤ ਲਿਆ, ਸਾਰੇ ਤੁਰਕ ਭੱਜ ਗਏ, ਮਾਰ ਕੇ ਖਤਮ ਕਰ ਦਿੱਤੇ ਤੇ ਮੈਦਾਨੇ ਜੰਗ ਗੁਰੂ ਸਿੱਖਾਂ ਦੀ ਫਤਿਹ ਹੋਈ। ਤੁਰਕਾਂ ਦੀ ਕਬਰ ਬਣਾ ਕੇ ਉਹਦੇ ਸਾਰੇ ਸ਼ਸਤਰ ਬਸਤਰ ਸਮੇਤ ਸਾਰੇ ਸਿਪਾਹੀ ਦਫਨ ਕੀਤੇ ਗਏ। ਸਿੱਖਾਂ ਦਾ 1200 ਸਿੱਖ ਸ਼ਹੀਦ ਹੋਇਆ। ਸ਼੍ਰੋਮਣੀ ਜਥੇਦਾਰ ਗੁਰੂ ਘਰ ਦੇ ਭਾਈ ਜੇਠਾ ਜੀ ਉੱਥੇ ਸ਼ਹੀਦ ਹੋਏ। ਇਹ ਭਾਈ ਜੇਠਾ ਜੀ ਬ੍ਰਹਮ ਗਿਆਨੀ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਨਾਲ ਰਹੇ ਨੇ। ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦ ਹੋਏ ਨੇ ਉਦੋਂ ਵੀ ਭਾਈ ਜੇਠਾ ਜੀ ਨਾਲ ਹੀ ਚੰਦੂ ਦੇ ਘਰ ਉਹ ਸਾਰਾ ਸੀਨ ਅੱਖਾਂ ਨਾਲ ਵੇਖਿਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਰਨੈਲ ਵੀ ਰਹੇ ਨੇ। ਜੰਗ ਵਿੱਚ ਆਪ ਜੀ ਸ਼ਹੀਦੀ ਪਾ ਗਏ। ਭਾਈ ਸਾਹਿਬ ਜੇਠਾ ਜੀ ਦੀ ਪਾਵਨ ਦੇਹ ਅਤੇ ਹੋਰ 1200 ਸਿੱਖਾਂ ਦਾ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਆਪਣੇ ਹੱਥੀਂ ਕੀਤਾ ਤੇ ਤੁਰਕਾਂ ਦੀ ਕਬਰ ਬਣਾ ਕੇ ਉੱਤੇ ਥੜਾ ਬਣਾਇਆ। ਉੱਤੇ ਸਤਿਗੁਰੂ ਬੈਠੇ ਨੇ, ਦੀਵਾਨ ਲਾਇਆ ਹੈ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਦੀ ਨਿਰਭੈ ਅਵਸਥਾ ਦਾ ਜ਼ਿਕਰ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਕਰ ਰਹੇ ਨੇ। ਆਓ ਮਨ ਬਿਰਤੀਆਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਕਥਾ ਦਾ ਆਨੰਦ ਮਾਣੀਏ। ਸਾਰੀ ਸੰਗਤ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਧਿਆ ਲੱਗ ਸ੍ਰੀ ਸਤਿਗੁਰ ਬੈਠੇ। ਸ਼ਾਮ ਤੱਕ ਦੀਵਾਨ ਸਜਿਆ ਰਿਹਾ, ਮਹਾਰਾਜ ਥੜੇ ਤੇ ਬੈਠੇ ਰਹੇ। ਲੋਕ ਹਜ਼ਾਰਾਂ ਦਰਸ਼ਨ ਆਏ। ਹਜ਼ਾਰਾਂ ਲੋਕ ਦਰਸ਼ਨਾਂ ਲਈ ਆਉਂਦੇ, ਮਹਾਰਾਜ ਦੇ ਦਰਸ਼ਨ ਕਰਦੇ ਹਨ। ਪਿਖਰਣ ਕੋਕ ਸਮਾਨ ਕਨੇਰੋ। ਇਹ ਜਿਹੜਾ ਘਮਸਾਣ ਦਾ ਯੁੱਧ ਹੋਇਆ ਹੈ, ਇਹਨੂੰ ਵੇਖ ਕੇ ਸਾਰੀ ਦੁਨੀਆ ਮੂੰਹ ਚ ਉਂਗਲਾਂ ਪਾ ਰਹੀ ਹੈ। ਕਹਿੰਦੇ ਕਿੱਥੇ 4000 ਸਿੱਖ, ਕਿਤੇ 35000 ਤੁਰਕ। 35000 ਤੁਰਕਾਂ ਨੂੰ ਮਾਰ ਕੇ ਫਨਾਹ ਕਰਕੇ ਤੇ ਫਿਰ ਮਹਾਰਾਜ ਜੰਗ ਜਿੱਤਿਆ। ਇਹ ਕੋਈ ਕਰਾਮਾਤ ਹੀ ਹੈ ਗੁਰੂ ਦੀ, ਇਹ ਕੋਈ ਸੌਖਾ ਕੰਮ ਨਹੀਂ ਹੈ। ਗੁਰੂ ਚਾਹੇ ਤੇ ਕੀੜੀ ਤੋਂ ਹਾਥੀ ਮਰਵਾ ਦੇਵੇ, ਜੇ ਸਾਹਿਬ ਕੀਟੀ ਬਲ ਤਰੇ ਫੀਲ ਉਸ ਦਾ ਖਾਣਾ। ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਹਨ। ਕਿੱਡਾ ਵੱਡਾ ਜੰਗ ਥੋੜੇ ਜਿਹੇ ਸਿੱਖਾਂ ਤੋਂ ਜਿਤਵਾਇਆ ਹੈ। ਮਰੇ ਬਹੁਤ ਅਰ ਉਰ ਬਿਸਮਾਏ। ਕਹਿੰਦੇ ਹਜ਼ਾਰਾਂ ਵੈਰੀ ਮਾਰੇ ਗਏ। ਇਹਨੂੰ ਵੇਖ ਕੇ ਦੁਨੀਆ ਦੰਗ ਰਹਿ ਗਈ। ਹਿੰਦੂ ਮੁਸਲਮਾਨ ਸਾਰੇ ਹੈਰਾਨ ਹੁੰਦੇ ਹਨ। ਬੰਧਨ ਕਰਹਿ ਨਿਹਾਰਹਿ ਸਨਮੁਖ। ਸਾਧ ਸੰਗਤ ਜੀ ਸਾਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਦੇ ਚਰਨਾਂ ਤੇ ਮਹਾਰਾਜ ਦੇ ਸਰੂਪ ਵੱਲ ਵੇਖਦੇ, ਦਰਸ਼ਨ ਕਰਕੇ ਨਿਹਾਲ ਹੁੰਦੇ ਹਨ। ਭਾਂਤ ਭਾਂਤ ਕੀ ਭੇਟ ਚੜਾਏ। ਆਪਣੀਆਂ ਪ੍ਰੇਮ ਭੇਟਾਵਾਂ ਲਿਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਪਣ ਕਰਦੇ। ਕੋਈ ਬਸਤਰ ਲਿਆ ਕੇ ਭੇਟਾ ਕਰਦਾ, ਮਾਲਵੇ ਦੇ ਸਿੱਖ। ਕੋਈ ਮਹਾਰਾਜ ਦੇ ਲੰਗਰ ਵਾਸਤੇ ਰਸਤਾ ਬਸਤਾ ਲਿਆ ਕੇ ਭੇਟਾ ਕਰਦਾ ਹੈ। ਇਸ ਤਰ੍ਹਾਂ ਬਠਿੰਡਾ, ਬਰਨਾਲਾ, ਜਿਹੜਾ ਮਾਲਵੇ ਦਾ ਇਲਾਕਾ, ਮਾਨਸਾ, ਸੰਗਰੂਰ, ਇਹ ਫਰੀਦਕੋਟ, ਫਿਰੋਜ਼ਪੁਰ, ਮੋਗਾ, ਇਹਨੂੰ ਮਾਲਵਾ ਕਹਿੰਦੇ। ਇਹ ਧਰਤੀ ਦੇ ਮਹਾਰਾਜ ਨੇ ਤੀਸਰਾ ਜੰਗ ਲੜਿਆ ਹੈ। ਦੂਰੋਂ ਦੂਰੋਂ ਇਲਾਕੇ ਦੇ ਸਿੱਖ ਆ ਕੇ ਗੁਰੂ ਜੀ ਨੂੰ ਨਮਸਕਾਰਾਂ ਕਰਦੇ ਹਨ। ਅਦਭੁਤ ਸਹਿਤ ਸਰਬ ਹੀ ਹਰਿਖੇ। ਇੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗ ਜਿੱਤ ਕਿਵੇਂ ਲਿਆ, ਬੜੀ ਹੈਰਾਨੀ ਵਾਲੀ ਗੱਲ ਹੈ। 35000 ਤੁਰਕ, 4000 ਸਿੱਖ, 4000 ਜਿੱਤ ਗਏ, 35000 ਮਾਰੇ ਗਏ। ਇਹ ਬੜਾ ਆਸ਼ਚਰਜ ਕੌਤਕ ਵੇਖ ਕੇ ਸਾਰੇ ਬੜੇ ਪ੍ਰਸੰਨ ਹਨ। ਸੰਗਰ ਬਾਤ ਕਰਹਿ ਸਮਦਾਏ। ਪਿੰਡਾਂ ਵਿੱਚ, ਸੱਥਾਂ ਵਿੱਚ, ਗਲੀਆਂ ਵਿੱਚ, ਘਰਾਂ ਵਿੱਚ ਇਹੀ ਗੱਲ ਚੱਲ ਰਹੀ ਹੈ, ਚਰਚਾ ਹੋ ਰਹੀ ਹੈ। ਸਾਰੇ ਪੰਜਾਬ ਦੇ ਵਿੱਚ ਜਿਉਂ-ਜਿਉਂ ਖਬਰ ਫੈਲੇਗੀ, ਪਿੰਡਾਂ ਵਿੱਚ ਇਹ ਖਬਰ ਗਾਂਹ ਦੀ ਗਾਂਹ ਫੈਲਦੀ ਜਾ ਰਹੀ ਹੈ। ਮਾਲਵੇ ਤੋਂ ਦੁਆਬੇ ਚਲੀ ਗਈ, ਦੁਆਬੇ ਤੋਂ ਮਾਝੇ ਵਿੱਚ ਚਲੀ ਗਈ, ਮਾਝੇ ਤੋਂ ਲੰਮੇ ਨੱਕੇ ਦੇਸ਼ ਵਿੱਚ ਚਲੀ ਗਈ, ਬਾਹਰ ਵਿੱਚ ਚਲੀ ਗਈ। ਸਾਰੇ ਹਿੰਦੁਸਤਾਨ ਵਿੱਚ ਇਹ ਖਬਰ ਪਸਰ ਗਈ ਹੈ। ਸਿਮਰ ਭਏ ਉਠ ਸ੍ਰੀ ਹਰਗੋਬਿੰਦ। ਜਦੋਂ ਰਹਿ ਰਾਸ ਦਾ ਟਾਈਮ ਹੋਇਆ, ਪਾਠ ਕਰਕੇ ਗੁਰੂ ਮਹਾਰਾਜ ਉਸ ਥੜੇ ਤੋਂ ਉੱਠੇ ਨੇ। ਆਏ ਸਿਵਰ ਤੰਬੂ ਵੱਡ ਮਾਹੇ। ਆਪਣੇ ਵੱਡੇ ਸੋਹਣੇ ਤੰਬੂ 'ਚ, ਜਿੱਥੇ ਸਤਿਗੁਰਾਂ ਦਾ ਪਲੰਘ ਲੱਗਾ ਹੋਇਆ ਸੀ, ਮਹਾਰਾਜ ਤੰਬੂ 'ਚ ਆ ਗਏ ਨੇ। ਚਾਰ ਪਰਯੰਕ ਪੀਠ ਪਰ ਬੈਠੇ। ਬੜਾ ਵੱਡਾ ਸੋਹਣਾ ਪਲੰਘ ਸੀ। ਮਹਾਰਾਜ ਦਾ ਕੱਦ ਕਾਠ ਵੀ ਬੜਾ ਸੀ ਨਾ, ਛੇਵੇਂ ਪਾਤਸ਼ਾਹ ਦਾ। ਉਹਨਾਂ ਦਾ ਪਲੰਘ ਵੀ ਬੜਾ ਵੱਡਾ ਹੁੰਦਾ ਸੀ। ਸੋਹਣੇ ਸੁੰਦਰ ਪਲੰਘ ਦੀ ਪਿੱਠ ਤੇ ਬੈਠੇ ਹਨ। ਅਪਰ ਗਏ ਸਭ ਨਿਜ ਨਿਜ ਥਾਹੇ। ਬਾਕੀ ਸਿੱਖ ਆਪਣੇ ਆਪਣੇ ਤੰਬੂਆਂ ਵਿੱਚ ਚਲੇ ਗਏ, ਕਿਉਂਕਿ ਸਾਰਾ ਦਿਨ ਜੰਗ ਲੜਿਆ ਸੀ, ਸਾਰੀ ਰਾਤ ਜੰਗ ਲੜਿਆ ਸੀ। ਤੇ ਇਸ ਕਰਕੇ ਥੱਕੇ ਹੋਏ ਸਰੀਰ ਸਿੰਘਾਂ ਦੇ ਆਰਾਮ ਵੀ ਕਰਨਾ, ਜਿਹੜੇ ਸਿੱਖ ਜ਼ਖਮੀ ਹੋਏ ਨੇ ਉਹਨਾਂ ਦੀ ਮਲਮ ਪੱਟੀ ਵੀ ਕਰਨੀ ਹੈ। ਇਸ ਕਰਕੇ ਆਪਣੇ ਆਪਣੇ ਤੰਬੂਆਂ ਵਿੱਚ ਸਿੱਖ ਆਪਣੇ ਆਪਣੇ ਆਸਣਾਂ ਤੇ ਚਲੇ ਗਏ ਹਨ। ਖਾਨ ਪਾਨ ਮਨ ਭਾਵਤ ਕਰ ਕਰ। ਸਾਰੀ ਛਾਉਣੀ ਦੇ ਵਿੱਚ ਲੰਗਰ ਵਰਤਿਆ ਹੈ। ਸਾਰਿਆਂ ਸਿੱਖਾਂ ਨੇ, ਫੌਜਾਂ ਨੇ ਲੰਗਰ ਛਕਿਆ ਹੈ। ਸੁਪਤ ਜਥਾ ਮਨ ਚਿੰਤ ਮਿਟਾਹੇ। ਬੜੇ ਨਿਸ਼ਚਿੰਤ ਹੋ ਕੇ ਸੁੱਤੇ ਹਨ, ਕੋਈ ਫਿਕਰ ਨਹੀਂ ਹੈ। ਵੈਰੀ ਸਾਰੇ ਮਾਰ ਦਿੱਤੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਮਹਾਰਾਜ ਨੇ ਨਿਰਭਉ ਪਦਵੀ ਦਿੱਤੀ ਖਾਲਸੇ ਨੂੰ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਉਹ 35000 ਵੈਰੀਆਂ ਨੂੰ ਮਾਰ ਕੇ ਨਿਸ਼ਚਿੰਤ ਹੋ ਕੇ ਸਿੱਖ ਸੁੱਤੇ ਹਨ। ਵਾਹਿਗੁਰੂ ਜੀ ਕੀ ਸੋ ਫਤਿਹ ਵੱਡ। ਇਹ ਵਾਹਿਗੁਰੂ ਦੀ ਫਤਿਹ ਹੋਈ ਹੈ। ਮਹਾਰਾਜ ਇਹ ਨਹੀਂ ਕਹਿੰਦੇ ਮੇਰੀ ਫਤਿਹ ਹੋਈ ਹੈ, ਮੇਰੀ ਜਿੱਤ ਇਹ ਨਹੀਂ ਕਹਿੰਦੇ। ਉਹ ਕਹਿੰਦੇ ਅਕਾਲ ਪੁਰਖ ਦੀ ਜਿੱਤ ਹੈ, ਸੱਚਾਈ ਦੀ ਜਿੱਤ ਹੈ। ਕਿਉਂਕਿ ਪਰਮਾਤਮਾ ਵੀ ਸੱਚ ਹੈ, ਤੇ ਜਿਹੜੇ ਪਾਸੇ ਸੱਚ ਹੁੰਦਾ ਉਹਦੀ ਜਿੱਤ ਹੁੰਦੀ ਹੈ। ਅਖੀਰ ਸੱਚ ਦੀ ਜਿੱਤ ਹੁੰਦੀ ਹੈ।
ਦੇਸ਼ ਵਿਦੇਸ਼ਨ ਮਹਿ ਬਿਦਤਾਹੇ। ਦੇਸ਼ਾਂ ਵਿਦੇਸ਼ਾਂ ਸੰਸਾਰ ਦੇ ਵਿੱਚ ਗੱਲ ਪ੍ਰਗਟ ਹੋ ਗਈ ਵੀ ਮੀਰੀ ਪੀਰੀ ਦੇ ਮਾਲਕ ਨੇ ਤੀਜੀ ਵਾਰ ਬਾਦਸ਼ਾਹ ਦੀਆਂ ਫੌਜਾਂ ਗਾਲੀਆਂ ਨੇ। ਪਹਿਲੀ ਵਾਰ 7000 ਫੌਜ ਲੈ ਕੇ ਮੁਗਲ ਸਿੱਖਾਂ ਸ੍ਰੀ ਅੰਮ੍ਰਿਤਸਰ ਤੇ ਹਮਲਾ ਕੀਤਾ ਸੀ। ਕਿਲ੍ਹਾ ਲੋਹਗੜ੍ਹ ਵਾਲੀ ਥਾਂ ਤੇ ਜੰਗ ਹੋਇਆ ਸੀ। 7000 ਤੁਰਕਾਂ ਦੀ ਫੌਜ ਨੂੰ 6ਵੇਂ ਪਾਤਸ਼ਾਹ ਨੇ ਖਤਮ ਕੀਤਾ ਸੀ ਜੰਗ ਦੇ ਮੈਦਾਨ 'ਚ। ਮੁਗਲ ਸਿੱਖਾਂ ਵੀ ਮਾਰਿਆ ਗਿਆ ਸੀ। ਦੂਸਰੀ ਲੜਾਈ ਸ੍ਰੀ ਹਰਗੋਬਿੰਦਪੁਰਾ ਬਿਆਸਾ ਦਰਿਆ ਦੇ ਕੰਢੇ ਤੇ ਹੈ। ਮਾਝੇ ਦਾ ਤੇ ਦੁਆਬੇ ਦਾ ਜਿਹੜਾ ਪੁਲ ਪੈਂਦਾ ਨਾ, ਉੱਥੇ ਪੁਲ ਪੁਖਤਾ ਸਾਹਿਬ ਗੁਰਦੁਆਰਾ ਵੀ ਬਣਿਆ ਹੋਇਆ। ਉਦੋਂ ਅੱਗੇ ਜਾਈਏ ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਮਾਝੇ ਵਾਲੇ ਪਾਸੇ ਕਿਨਾਰੇ ਤੇ ਗੁਰੂ ਕੀ ਨਗਰੀ ਹੈ। ਪਹਿਲਾ ਨਾਮ ਉਹਦਾ ਰੋਹੇਲਾ ਸੀ। ਰੋਹੇਲੇ ਪਿੰਡ ਦਾ ਨਾਮ ਬਾਬਾ ਬੁੱਢਾ ਜੀ ਨੇ ਬਦਲ ਕੇ ਗੁਰੂ ਸਾਹਿਬ ਦੇ ਨਾਂ ਤੇ ਰੱਖ ਦਿੱਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਉੱਥੇ ਜੰਗ ਹੋਇਆ। ਜਲੰਧਰ ਦਾ ਸੂਬੇਦਾਰ 14000 ਫੌਜ ਲੈ ਕੇ ਆਇਆ 6ਵੇਂ ਪਾਤਸ਼ਾਹ ਨਾਲ ਲੜਨ। ਬੜਾ ਘਮਸਾਣ ਦਾ ਯੁੱਧ। 14000 ਪੂਰੀ ਫੌਜ ਮਾਰ ਕੇ ਦਰਿਆ 'ਚ ਰੋੜੀ 6ਵੇਂ ਪਾਤਸ਼ਾਹ। ਉਹ ਜੰਗ ਫਤਿਹ ਕੀਤਾ। ਤੀਸਰੀ ਜੰਗ ਇਹ ਹੁਣ ਹੋਈ ਹੈ। ਇਹ ਹੋਈ ਮਾਲਵੇ ਦੀ ਧਰਤੀ ਤੇ। ਫੂਲ ਮਹਾਰਾਜ, ਰਾਮਪੁਰਾ ਫੂਲ, ਬਠਿੰਡਾ, ਇਹ ਤੁਸੀਂ ਇਲਾਕਾ ਵੇਖਿਆ ਹੋਵੇ, ਸੁਣਿਆ ਹੋਵੇ। ਉੱਥੇ ਜੰਗ ਹੋਇਆ ਮਹਾਰਾਜ ਦੀ ਧਰਤੀ ਤੇ। ਇਹ ਜੰਗ ਮਹਾਰਾਜ ਨੇ 35000 ਤੁਰਕਾਂ ਨੂੰ ਮਾਰ ਕੇ ਜਿੱਤਿਆ ਹੈ। ਜਾਮ ਜਾਮਨੀ ਜਾਗੇ ਸਤਿਗੁਰ। ਅੰਮ੍ਰਿਤ ਵੇਲੇ ਦਾ ਸਤਿਗੁਰਾਂ ਦਾ ਬੜਾ ਸਖਤ ਪਹਿਰਾ ਸੀਗਾ। 10 ਪਾਤਸ਼ਾਹੀਆਂ ਦੇ ਇਤਿਹਾਸ ਵਿੱਚ ਇੱਕ ਵੀ ਦਿਨ ਇਹੋ ਜਿਹਾ ਨਹੀਂ ਆਉਂਦਾ ਸਵਾ ਪਹਿਰ ਰਾਤ ਰਹਿੰਦੀ ਸਤਿਗੁਰੂ ਨਾ ਜਾਗੇ ਹੋਣ। ਅੰਮ੍ਰਿਤ ਵੇਲੇ 2-2:30 ਵਜੇ ਮਹਾਰਾਜ ਉੱਠ ਪੈਂਦੇ ਸਨ। 10 ਪਾਤਸ਼ਾਹੀਆਂ ਦਾ ਨੇਮ ਰਿਹਾ ਹੈ, ਕਿਉਂਕਿ ਪਿਛਲ ਰਾਤ ਨਾ ਜਾਗੇ ਹੋਏ ਜੀਵ ਦੜੋਏ ਮੋਏ ਹੋਏ। ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਿਆ ਤੇ ਜਿਉਂਦਿਆਂ ਹੀ ਮਰਿਆ ਹੋਇਆ। ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਮਹਾਰਾਜ ਅੰਮ੍ਰਿਤ ਵੇਲੇ ਜਾਗੇ ਇਸ਼ਨਾਨ ਕੀਤਾ ਹੈ। ਸੋਚ ਇਸ਼ਨਾਨ ਧਿਆਨ ਕੋ ਠਾਨ। ਅੰਮ੍ਰਿਤ ਵੇਲੇ ਉੱਠ ਕੇ ਸੋਚਿਆ, 4 ਇਸ਼ਨਾਨ ਦਾਤਨ ਕਿਰਿਆ ਸਾਰੀ ਕੀਤੀ ਹੈ। ਆਸਾ ਵਾਰ ਰਬਾਬੀ ਗਾਵਤ। ਫਿਰ ਗੁਰੂ ਕੀ ਬਾਣੀ ਦਾ ਨਿਤਨੇਮ ਹੋਇਆ। ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਗਾਉਂਦੇ ਹਨ। ਭਜਨ ਹੋਤ ਦਲ ਵਿਖੈ ਮਹਾਨ। ਗੁਰੂ ਦੇ ਦਲ ਵਿੱਚ ਭਜਨ ਹੋ ਰਿਹਾ। ਕੋਈ ਸਿੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ, ਕੋਈ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ, ਕੋਈ ਮੂਲ ਮੰਤਰ ਦੀ ਮਾਲਾ ਫੇਰਦਾ, ਕੋਈ ਘੋੜਿਆਂ ਨੂੰ ਖਰਖਣਾ ਕਰਦਾ, ਵਾਹਿਗੁਰੂ ਵਾਹਿਗੁਰੂ ਜਪੀ ਜਾਂਦਾ, ਕੋਈ ਘੋੜਿਆਂ ਨੂੰ ਘਾਹ ਪੱਠਾ ਪਾ ਰਿਹਾ ਹੈ, ਕੋਈ ਗੁਰੂ ਕਾ ਸਿੱਖ ਸਾਧ ਸੰਗਤ ਜੀ ਦੂਜੇ ਸਿੱਖਾਂ ਨੂੰ ਇਸ਼ਨਾਨ ਕਰਾ ਰਿਹਾ ਹੈ, ਕੋਈ ਲੰਗਰ ਵਾਸਤੇ ਪਾਣੀ ਭਰ ਰਿਹਾ ਹੈ, ਕੋਈ ਲੰਗਰ ਦੇ ਭਾਂਡੇ ਮਾਂਜ ਰਿਹਾ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਸੇਵਾ ਵੀ ਕਰੀ ਜਾਂਦੇ ਨੇ ਤੇ ਗੁਰੂ ਦੇ ਦਲ ਵਿੱਚ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਹੋ ਰਿਹਾ ਹੈ। ਗੁਰਬਾਣੀ ਕੋ ਪਠਤ ਸੁਨਤ ਕੋ। ਗੁਰਬਾਣੀ ਦੀ ਹਰ ਪਾਸੇ ਛਹਿਬਰ ਲੱਗੀ ਹੋਈ ਹੈ। ਕੀਰਤਨ ਵਾਲੇ ਕੀਰਤਨ ਕਰੀ ਜਾਂਦੇ ਨੇ, ਕੀਰਤਨ ਸੁਣਨ ਵਾਲੇ ਸੁਣੀ ਜਾਂਦੇ ਨੇ, ਸੇਵਾ ਕਰਨ ਵਾਲੇ ਵੀ ਕੀਰਤਨ ਵੀ ਸੁਣਦੇ ਨਾਲ ਸੇਵਾ ਵੀ ਕਰਦੇ ਆ। ਜਿਹੜੇ ਕੀਰਤਨ ਵਿੱਚ ਨਹੀਂ ਰੁਚੀ ਹੁੰਦੀ ਉਹ ਨਾਮ ਜਪਦੇ। ਵੱਖਰੀ ਵੱਖਰੀ ਅਵਸਥਾ ਹੁੰਦੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਨੂੰ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਨਾਲ ਆਨੰਦ ਆਉਂਦਾ, ਕਿਸੇ ਨੂੰ ਮੂਲ ਮੰਤਰ ਦੀ ਕਲਾ ਵਰਤਦੀ ਹੈ, ਕੋਈ ਸ੍ਰੀ ਜਪਜੀ ਸਾਹਿਬ ਦੇ ਪਾਠ ਬਾਰ-ਬਾਰ ਕਰਦਾ ਹੈ, ਕੋਈ ਸੁਖਮਨੀ ਸਾਹਿਬ ਜਾਂ ਹੋਰ ਗੁਰਬਾਣੀ ਪੜ੍ਹਦਾ ਹੈ, ਕੋਈ ਸੇਵਾ ਵਿੱਚ ਹੀ ਉਹਦਾ ਧਿਆਨ ਸੁੱਤੇ ਹੀ ਲੱਗਾ ਹੁੰਦਾ। ਅਵਸਥਾ ਵੱਖਰੀ ਵੱਖਰੀ ਹੈ। ਉਹ ਜਿੱਦਾਂ ਜਿੱਦਾਂ ਦੇ ਗੁਰਸਿੱਖ ਲੱਗੇ ਹੋਏ ਨੇ, ਜੁੜੇ ਹੋਏ ਨੇ ਗੁਰੂ ਦੇ ਨਾਲ। ਬਰਖਾ ਹੋਵਤ ਸੁਦਾ ਸਮਾਨ। ਆਹਾ, ਕਵੀ ਜੀ ਕਹਿੰਦੇ ਬਰਖਾ ਹੋਵਤ ਸੁਦਾ ਸਮਾਨ। ਸੁਦਾ ਕਹਿੰਦੇ ਅੰਮ੍ਰਿਤ ਨੂੰ। ਅੰਮ੍ਰਿਤ ਦੀ ਬਰਖਾ ਹੋ ਰਹੀ ਹੈ। ਝਿਮ ਝਿਮ ਬਰਸੈ ਅੰਮ੍ਰਿਤ ਧਾਰਾ। ਗੁਰਬਾਣੀ ਦਾ ਅੰਮ੍ਰਿਤ ਵਸ ਰਿਹਾ ਹੈ। ਹਾਂਜੀ। ਨਿਰਮਲ ਉਰ ਗੁਰ ਦਰਸ਼ਨ ਤੇ ਸਿੱਖ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਕਰਕੇ ਸਿੱਖਾਂ ਦੇ ਮਨ ਨਿਰਮਲ ਹੋਈ ਜਾਂਦੇ, ਮਨਾਂ ਦੀ ਮੈਲ ਉਤਰਦੀ ਜਾਂਦੀ ਹੈ। ਪਰਮੇਸ਼ਰ ਕੋ ਪ੍ਰੇਮ ਸੋ ਜਾਨ। ਔਰ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੇ ਹੋਏ ਵਾਹਿਗੁਰੂ 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 ਜਪੀ ਜਾਂਦੇ ਹਨ। ਭਈ ਪਰਾਤ ਪੁਨ ਸਭਾ ਲਗਾਇਬ। ਸਾਧ ਸੰਗਤ ਜੀ, ਦਿਨ ਚੜ੍ਹਿਆ ਹੈ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਦਰਬਾਰ ਸਜਿਆ ਹੈ। ਪਾਤਸ਼ਾਹ ਦੀਵਾਨ ਵਿੱਚ ਬੈਠੇ ਹਨ।
ਜੋਧ ਸਲੇਮ ਸ਼ਾਹੇ ਚਲ ਆਏ। ਕਾਂਗੜ ਦੀਨੇ ਦਾ ਰਾਜਾ ਭਾਈ ਜੋਧ ਸ਼ਾਹ ਆਪਣੇ ਭਰਾ ਸਲੇਮ ਸ਼ਾਹ ਸਮੇਤ ਗੁਰੂ ਦੇ ਦਰਬਾਰ ਦੀ ਹਾਜ਼ਰੀ ਭਰਨ ਆਇਆ ਹੈ। ਵਿਧੀ ਚੰਦ ਦਿਜ ਜਾਤੀ ਮਲਕ ਸੋ। ਗੁਰੂ ਘਰ ਦੇ ਸ਼੍ਰੋਮਣੀ ਯੋਧੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਅਤੇ ਪੰਡਤ ਜਾਤੀ ਮਲਕ ਜੀ ਇਹ ਸੂਰਮੇ ਆਏ ਹਨ ਸਜ ਧਜ ਕੇ ਸ਼ਸਤਰਾਂ ਨਾਲ। ਬੈਠਤ ਭਏ ਸੁਪਟ ਸਮਦਾਏ। ਗੁਰੂ ਦੀ ਸਭਾ ਵਿੱਚ ਸੂਰਮੇ ਤਿਆਰ ਬਰ ਤਿਆਰ ਹੋ ਕੇ ਬੈਠਣ ਲੱਗੇ ਹਨ। ਸ੍ਰੀ ਸਤਿਗੁਰ ਕੋ ਕਰ ਕਰ ਬੰਦਨ। ਗਾਤਰੇ ਤੇਗਾਂ ਪਾਈਆਂ ਹੋਈਆਂ, ਹੱਥ 'ਚ ਬਰਛੀਆਂ ਫੜੀਆਂ ਹੋਈਆਂ, ਮੋਢਿਆਂ ਤੇ ਬੰਦੂਕਾਂ ਸਜਾਈਆਂ ਹੋਈਆਂ, ਸੀਸ ਤੇ ਦੁਮਾਲੇ ਤੇ ਚੱਕਰ ਪਾਏ ਹੋਏ ਨੇ। ਤਿਆਰ ਬਰ ਤਿਆਰ ਗੁਰੂ ਕੀ ਫੌਜ ਬੈਠ ਕੇ ਮੱਥਾ ਟੇਕ ਕੇ ਦੀਵਾਨ ਦੀ ਸ਼ੋਭਾ ਵਧਾ ਰਹੀ ਹੈ। ਹੇਰ ਹੇਰ ਸਗਰੇ ਹਰ ਖਾਏ। ਮਹਾਰਾਜ ਛੇਵੇਂ ਪਾਤਸ਼ਾਹ ਮਹਾਬਲੀ ਸਤਿਗੁਰੂ ਤਖਤ ਤੇ ਬੈਠੇ ਹੈ, ਸੀਸ ਤੇ ਚੌਰ ਝੁਲਦਾ ਹੈ। ਬਾਦਸ਼ਾਹ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਕਿਸ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਮਹਾਰਾਜ ਦੀ ਕੋਈ ਮਹਿਮਾ ਕਰ ਹੀ ਨਹੀਂ ਸਕਦਾ। ਐਡੇ ਸੋਹਣੇ ਪਾਤਸ਼ਾਹ ਬੈਠੇ ਹੋਏ ਹਨ। ਮੁਦਤ ਸੁਦੂਤ ਹਸਨ ਖਾ ਆਇਵ। ਇਹ ਭਰੇ ਦੀਵਾਨ ਵਿੱਚ ਦੂਤ ਹਸਨ ਖਾਂ ਆਇਆ ਹੈ। ਇਹ ਹਸਨ ਖਾਂ ਕੌਣ ਸੀ? ਜਦੋਂ ਸਾਧ ਸੰਗਤ ਜੀ ਹਸਨ ਖਾਂ ਲਲਾ ਬੇਗ ਦੇ ਨਾਲ ਲਾਹੌਰ ਤੋਂ ਆਇਆ ਗੁਰੂ ਕੀ ਫੌਜ ਦੀ CID ਕਰਨ ਵਾਸਤੇ, ਫੌਜ ਦੇ ਵਿੱਚ ਵੜ ਗਿਆ। ਭੇਸ ਬਦਲ ਕੇ ਸਿੱਖਾਂ ਨੂੰ ਵੇਖਦਾ ਫਿਰਦਾ, ਕਿੰਨੇ ਕੁ ਸਿੱਖ ਨੇ, ਕਿੰਨੀ ਕੁ ਫੌਜ ਹੈ, ਕਿੰਨੇ ਕੁ ਸ਼ਸਤਰ ਨੇ, ਕਿੰਨੇ ਘੋੜੇ ਨੇ। ਸਿੱਖਾਂ ਨੇ ਪਛਾਣ ਲਿਆ ਵੀ ਬੰਦਾ ਉੱਪਰ ਆ। ਜੋਧ ਰਾਏ ਨੇ ਪਛਾਣ ਲਿਆ। ਜੋਧ ਰਾਏ ਦੇ ਸਿੱਖਾਂ ਨੇ ਫੜ ਕੇ ਕੁੱਟਿਆ। ਗੁਰੂ ਸਾਹਿਬ ਨੂੰ ਪਤਾ ਲੱਗਾ। ਮਹਾਰਾਜ ਨੇ ਕਿਹਾ ਭਾਈ ਮਾਰਨਾ ਨਹੀਂ, ਸਾਡੇ ਕੋਲ ਹੈ, ਦੂਤ ਨੂੰ ਨਹੀਂ ਮਾਰੀਦਾ ਹੁੰਦਾ। ਬੁਲਾ ਕੇ ਸਤਿਕਾਰ ਨਾਲ ਮਹਾਰਾਜ ਕਹਿੰਦੇ ਭਾਈ ਗੱਲ ਸੁਣ, ਤੂੰ ਗੁਰੂ ਘਰ ਦੀ CID ਕਰਨ ਆਇਆ, ਤੇਰੀ ਡਿਊਟੀ ਹੈ, ਪਰ ਜਾ ਉਹਨੂੰ ਜਾ ਕੇ ਦੱਸ ਦੇ ਲੱਲਾ ਬੇਗ ਨੂੰ ਵੀ ਇੱਥੇ ਚੂੜੀਆਂ ਪਾ ਕੇ ਨਹੀਂ ਬੈਠੇ ਹੋਏ, ਫੌਜਾਂ ਤਿਆਰ ਬਰ ਤਿਆਰ ਨੇ, ਤੇਰਾ ਮੁਕਾਬਲਾ ਕਰਾਂਗੇ, ਆ ਜਿੰਨੀ ਛੇਤੀ ਆ ਸਕਦਾ ਆ ਜਾ। ਉਹਨੇ ਜਦੋਂ ਮਹਾਰਾਜ ਦੇ ਬਚਨ ਸੁਣੇ, ਮਹਾਰਾਜ ਦੇ ਦਰਸ਼ਨ ਕੀਤੇ, ਮਨ ਸਾਫ਼ ਹੋ ਗਿਆ, ਮਨ ਬਦਲ ਗਿਆ, ਪਾਪ ਕੱਟੇ ਗਏ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਸ਼ਰਧਾ ਬਣ ਗਈ ਵੀ ਇਹ ਕਿੱਡੇ ਚੰਗੇ ਬੰਦੇ ਆ, ਜਿੱਦਾਂ ਮੈਂ ਇਹਨਾਂ ਦੀ CID ਕਰਨਾ, ਮਾਰ ਸਕਦੇ ਮੈਨੂੰ, ਪਰ ਇਹਨਾਂ ਨੇ ਮੇਰੀ ਜਾਨ ਬਖਸ਼ਤੀ। ਉਹ ਗਿਆ ਵਾਪਸ, ਜਾ ਕੇ ਲੱਲਾ ਬੇਗ ਨੂੰ ਮਿਲਿਆ। ਲੱਲਾ ਬੇਗ ਕਹਿੰਦਾ ਸੁਣਾ ਕੀ ਹਾਲ ਹੈ? ਕਹਿੰਦਾ ਜੀ ਹਾਲ ਠੀਕ ਹੈ, ਪਰ ਖੁਦਾ ਨੇ ਜਾਨ ਬਖਸ਼ੀ ਹੈ, ਮੈਂ ਤਾਂ ਫਸ ਗਿਆ ਸੀ, ਪਰ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਹਾਰੋਗੇ, ਉਹ ਜਿੱਤਣਗੇ। ਸੱਚੀ ਗੱਲ ਮੂੰਹ ਤੋਂ ਨਿਕਲ ਗਈ, ਤੁਸੀਂ ਹਾਰੋਗੇ, ਉਹ ਜਿੱਤੇਗਾ। ਗੁਰੂ ਦੀ ਤਾਰੀਫ ਕਰਤੀ, ਗੁਰੂ ਦੇ ਗੁਣ ਦੱਸਤੇ। ਲੱਲਾ ਬੇਗ ਨੂੰ ਬੜੀ ਅੱਗ ਲੱਗੀ, ਇੰਨਾ ਗੁੱਸਾ ਚੜਿਆ, ਕਹਿਣ ਲੱਗਾ ਤੂੰ ਗੁਰੂ ਦਾ ਕੜਾਹ ਖਾ ਕੇ ਆ ਗਿਆ, ਗੁਰੂ ਦੇ ਪੱਖ 'ਚ ਬੋਲਦਾ। ਮਾਰ ਕੁੱਟ ਕੇ ਬੇਇੱਜ਼ਤੀ ਕਰਕੇ ਕੱਢ ਦਿੱਤਾ। ਉਹ ਵਿਚਾਰਾ ਦੁਖੀ ਹੋ ਕੇ ਫਿਰ ਗੁਰੂ ਸਾਹਿਬ ਦੇ ਦੁਬਾਰਾ ਸ਼ਰਨ 'ਚ ਆ ਗਿਆ। ਕਹਿੰਦਾ ਮਹਾਰਾਜ ਮੈਂ ਉਹਨਾਂ ਦੁਸ਼ਟਾਂ ਨਾਲ ਨਹੀਂ ਰਹਿਣਾ ਚਾਹੁੰਦਾ। ਮਹਾਰਾਜ ਕਹਿੰਦੇ ਕੋਈ ਨਹੀਂ, ਤੂੰ ਸਾਡੇ ਕੋਲ ਰਹੋ, ਤੈਨੂੰ ਕਾਬਲ ਦਾ ਸੂਬੇਦਾਰ ਬਣਾਵਾਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੱਲਾ ਬੇਗ ਨੂੰ ਮਾਰਾਂਗੇ, ਉਹਦੀ ਥਾਂ ਤੇ ਤੈਨੂੰ ਉੱਥੋਂ ਦਾ ਰਾਜ ਦਵਾਵਾਂਗੇ। ਹੁਣ ਜੰਗ ਜਿੱਤਿਆ ਗਿਆ, ਲੱਲਾ ਬੇਗ ਮਾਰਿਆ ਗਿਆ, ਕੰਬਰ ਬੇਗ ਮਾਰਿਆ ਗਿਆ, ਕਾਬਲ ਬੇਗ ਮਾਰਿਆ ਗਿਆ, ਸਾਰੇ ਤੁਰਕਾਂ ਦੀ ਫੌਜ ਖਤਮ ਹੋ ਗਈ। ਹਸਨ ਖਾਂ ਦੂਤ ਗੁਰੂ ਦੇ ਕੋਲ ਹੀ ਹੈ। ਭਰੇ ਦੀਵਾਨ ਵਿੱਚ ਹਸਨ ਖਾਂ ਦੂਤ ਮੱਥਾ ਟੇਕਣ ਆਇਆ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਜੁਗ ਕਰ ਜੋਰਤ ਸੀਸ ਨਿਵਾਏ। ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਸੀਸ ਨਵਾਇਆ ਹਸਨ ਖਾਂ ਦੂਤ ਨੇ। ਕਰਾਮਾਤ ਕਾਮਲ ਬੜ ਆਰਫ। ਉਹਨੂੰ ਸਮਝ ਆ ਗਈ ਇਹ ਕੋਈ ਆਮ ਇਨਸਾਨ ਨਹੀਂ ਹੈ, ਇਹ ਗੁਰੂ ਕੋਈ ਪਖੰਡੀ ਗੁਰੂ ਨਹੀਂ ਹੈ, ਇਹ ਸੱਚਾ ਗੁਰੂ ਹੈ, ਇਹ ਪੀਰਾਂ ਦਾ ਪੀਰ, ਗੁਰਾਂ ਦਾ ਗੁਰੂ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਸਮਝ ਲਿਆ ਵੀ ਇਹ ਰੱਬ ਹੈ, ਇਹ ਖੁਦਾ ਦਾ ਨੂਰ ਹੈ, ਤੇ ਉਹਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ। ਪਹਿਲਾਂ ਤਾਂ ਰਾਜਨੀਤੀ ਦੀ ਦ੍ਰਿਸ਼ਟੀ ਨਾਲ ਦੇਖਦਾ ਸੀ ਨਾ ਵੀ ਅਸੀਂ ਸਰਕਾਰ ਦੇ ਬੰਦੇ ਹਾਂ, ਇਹ ਸਾਡੇ ਵਿਰੋਧੀ ਨੇ। ਹੁਣ ਉਹ ਵਿਰੋਧ ਵਾਲੀ ਗੱਲ ਨਿਕਲ ਗਈ, ਮਨ ਦੀ ਬਿਰਤੀ ਬਦਲ ਗਈ, ਗੁਰੂ ਦੀ ਕਲਾ ਸਮਝ ਆ ਗਈ। ਹਾਂਜੀ, ਸਮਸਰ ਨਹੀਂ ਜਗਤ ਮੈਂ ਕੋਏ। ਸਮਝ ਆ ਗਈ ਵੀ ਗੁਰੂ ਦੇ ਬਰਾਬਰ ਕੋਈ ਹੋ ਨਹੀਂ ਸਕਦਾ। ਦੁਨੀਆ ਦੇ ਬਾਦਸ਼ਾਹ ਜਿੱਡੇ ਮਰਜ਼ੀ ਬਣੇ ਫਿਰਨ, ਸਤਿਗੁਰੂ ਸੱਚਾ ਪਾਤਸ਼ਾਹ ਕੂੜੇ ਪਾਤਸ਼ਾਹ ਦੁਨੀਆ ਵੇ।
ਸਤਿਗੁਰੂ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨੀਆ ਆਵੇ। ਇਹ ਗੱਲ ਪੜ੍ਹਦੇ ਤਾਂ ਪਰ ਸਾਨੂੰ ਸਮਝ ਨਹੀਂ ਆਉਂਦੀ। ਸਾਡਾ ਭਰੋਸਾ ਝੂਠਿਆਂ ਪਾਤਸ਼ਾਹਾਂ ਤੇ ਹੀ ਹੁੰਦਾ, ਸੱਚੇ ਪਾਤਸ਼ਾਹ ਦੀ ਕਲਾ ਨੂੰ ਨਹੀਂ ਜਾਣਦੇ। ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਹਸਨ ਖਾਂ ਨੂੰ ਅਹਿਸਾਸ ਹੋ ਗਿਆ ਵੀ ਇਹ ਸੱਚੇ ਪਾਤਸ਼ਾਹ ਹਨ। ਤੁਮ ਹੀ ਜੀ ਜੰਤ ਕੇ ਦਾਤੇ। ਹਸਨ ਖਾਂ ਕਹਿਣ ਲੱਗਾ ਗਲ ਪੱਲਾ ਪਾ ਕੇ, ਸੱਚੇ ਪਾਤਸ਼ਾਹ ਤੁਸੀਂ ਜੀ ਜੰਤ ਦੇ ਦਾਤੇ ਹੋ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆ ਜਿੰਨੀ ਦੁਨੀਆ ਖਾ ਰਹੀ ਤੇਰਾ ਦਿੱਤਾ ਖਾ ਰਹੀ ਹੈ ਮੇਰੇ ਮਾਲਕ, ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਵੇਂ ਚਿਤ ਚਾਹੋ ਬਨਤ ਹੈ ਸੋਏ। ਜਿਵੇਂ ਤੁਸੀਂ ਚਾਹੁੰਦੇ ਉਵੇਂ ਹੀ ਬਣਦਾ। ਅੱਲਾ ਦਾ ਤੇ ਤੁਹਾਡਾ ਕੋਈ ਫਰਕ ਨਹੀਂ ਰਹਿ ਗਿਆ। ਮੈਨੂੰ ਤਾਂ ਲੱਗਦਾ ਨਹੀਂ, ਮੈਨੂੰ ਤਾਂ ਇੰਝ ਲੱਗਦਾ ਵੀ ਤੁਸੀਂ ਖੁਦਾ ਦਾ ਨੂਰ ਬੈਠੇ ਹੋ ਮੇਰੇ ਸਾਹਮਣੇ। ਹਾਂਜੀ, ਮੋ ਕਹੋ ਹੁਕਮ ਹੈ ਕਿਸ ਬਿਦ ਕੋ। ਤੇ ਮੈਨੂੰ ਕੀ ਹੁਕਮ ਹੈ ਸੱਚੇ ਪਾਤਸ਼ਾਹ, ਮੈਨੂੰ ਕੀ ਹੁਕਮ ਹੈ? ਹੁਣ ਮੈਂ ਕੀ ਕਰਾਂ? ਮੈਂ ਕਿੱਥੇ ਰਵਾਂ? ਕੀ ਸੇਵਾ ਕਰਾਂ ਤੁਹਾਡੀ? ਕਰੋ ਕਿਰਪਾ ਜਿਵੇਂ ਸਿਦਕੀ ਹੋਏ। ਬਸ ਮੈਨੂੰ ਕਿਰਪਾ ਕਰੋ, ਮੇਰਾ ਸਿਦਕ ਨਾ ਡੋਲੇ। ਹੁਣ ਮੈਂ ਸਾਰੀ ਉਮਰ ਤੇਰੇ ਦਰ ਦਾ ਗੁਲਾਮ ਬਣ ਕੇ ਰਵਾਂ। ਮੇਰੇ ਪਾਤਸ਼ਾਹ ਮੈਨੂੰ ਆਪਣੀ ਸੇਵਾ ਵਿੱਚ ਹੀ ਰੱਖੋ। ਮਰੇ ਤੁਰਕ ਸਭ ਫਤਿਹ ਲਈ ਤੁਮ। ਮਹਾਰਾਜ ਤੁਰਕ ਸਾਰੇ ਮਾਰੇ ਗਏ ਨੇ। ਲਲਾ ਬੇਗ ਮਾਰਿਆ ਗਿਆ, ਕਾਬਲ ਬੇਗ ਮਾਰਿਆ ਗਿਆ, ਕੰਬਰ ਬੇਗ ਮਾਰਿਆ ਗਿਆ। ਲਲਾ ਬੇਗ ਦੇ ਦੋਵੇਂ ਪੁੱਤਰ ਮਾਰੇ ਗਏ ਨੇ। ਫਤਿਹ ਤੁਹਾਡੀ ਹੋਈ ਹੈ ਸਤਿਗੁਰੂ ਜੀ। ਬੇਦਤ ਜਗਤ ਮਹਿ ਜਸ ਕੋ ਜੋਏ। ਮਹਾਰਾਜ ਹੁਣ ਤੁਹਾਡਾ ਜਸ ਸੰਸਾਰ 'ਚ ਪ੍ਰਗਟ ਹੋ ਗਿਆ। ਹੁਣ ਦਿੱਲੀ ਤੋਂ ਲੈ ਕੇ ਕਾਬਲ ਤੱਕ ਹਿੰਦੁਸਤਾਨ ਦੇ 22 ਸੂਬਿਆਂ 'ਚ ਖਬਰ ਪਹੁੰਚਣੀ ਹੈ। ਕੋਨੇ ਕੋਨੇ ਤੇ ਵੀ ਬਾਦਸ਼ਾਹ ਦਾ ਸਭ ਤੋਂ ਵੱਡਾ ਜਰਨੈਲ ਲਲਾ ਬੇਗ ਗੁਰੂ ਨੇ ਮਾਰ ਕੱਤਿਆ ਸਣੇ ਫੌਜਾਂ ਦੇ। ਮੁਸਕਾਵਤ ਗੁਰਬਾਕ ਬਖਾਨੇ। ਤੇ ਮੈਨੂੰ ਕੀ ਹੁਕਮ ਹੈ? ਮੈਂ ਹੁਣ ਕੀ ਸੇਵਾ ਕਰਾਂ? ਹਸਨ ਖਾਂ ਦੀ ਸ਼ਰਧਾ ਭਾਵਨਾ ਵਾਲੀ ਬੇਨਤੀ ਸੁਣ ਕੇ ਮੁਸਕਰਾ ਪਈ ਸੱਚੀ ਸਰਕਾਰ। ਸੱਚੇ ਪਾਤਸ਼ਾਹ ਇਉਂ ਬੋਲੇ, ਸੂਬਾ ਕਾਬਲ ਕੋ ਬਨ ਜਾਏ। ਜਾ ਤੂੰ ਕਾਬਲ ਦਾ ਸੂਬੇਦਾਰ ਬਣ ਜਾ। ਹੁਣ ਤੈਨੂੰ ਕਾਬਲ ਦੀ ਬਾਦਸ਼ਾਹੀ ਦਿੱਤੀ ਅਸੀਂ, ਕਾਬਲ ਦਾ ਰਾਜਾ ਬਣੇਗਾ ਤੂੰ। ਜਿਹੜਾ ਕਿ ਗਰੀਬ ਵਿਚਾਰਾ, ਛੋਟੀ ਜਿਹੀ ਨੌਕਰੀ ਸੀ। ਦੂਤ ਦੀ ਕਿੰਨੀ ਕੁ ਹੈਸੀਅਤ ਹੁੰਦੀ ਹੈ। ਦੂਤ ਜਿਹੜਾ ਹੁੰਦਾ ਉਹ ਵੱਧ ਤੋਂ ਵੱਧ ਥਾਣੇਦਾਰ ਦਾ ਰੈਂਕ ਕਹਿ ਲਓ, ਇੰਨਾ ਕੁ ਦਾ ਰੈਂਕ ਹੋਣਾ, ਕੋਈ ਬਹੁਤ ਵੱਡਾ ਥੋੜਾ ਹੋਏਗਾ ਉਹ। ਤੇ ਕਿੱਥੇ ਸੂਬੇਦਾਰ ਕਾਬਲ ਦਾ। ਮਹਾਰਾਜ ਕਹਿੰਦੇ ਤੂੰ ਕਾਬਲ ਦਾ ਸੂਬੇਦਾਰ ਬਣੇਗਾ। ਮਨ ਸਭ ਲਲਾ ਬੇਗ ਕੋ ਲੈ ਹੈ। ਲਲਾ ਬੇਗ ਵਾਲੀ ਪਦਵੀ ਤੈਨੂੰ ਮਿਲ ਜੇਗੀ। ਲਲਾ ਬੇਗ ਨੇ ਤੇਰੀ ਬੇਇੱਜ਼ਤੀ ਕੀਤੀ ਸੀ, ਤੈਨੂੰ ਮਾਰ ਕੇ ਕੱਢਿਆ ਸੀ, ਤੇ ਗੁਰੂ ਨਾਨਕ ਤੇਰੇ ਤੇ ਤੁੱਠਾ, ਤੈਨੂੰ ਕਾਬਲ ਦੀ ਬਾਦਸ਼ਾਹੀ ਦਿੱਤੀ। ਜਾ ਮੌਜਾਂ ਕਰ। ਗੁਰ ਕੀ ਸ਼ਰਨ ਪਰਿਓ ਫਲ ਪਾਏ। ਤੋ ਗੁਰੂ ਦੀ ਸ਼ਰਨ ਪਿਆ। ਜਿਹੜਾ ਗੁਰੂ ਦੀ ਸ਼ਰਨ ਆਵੇ ਉਹਨੂੰ ਇਦਾਂ ਦੇ ਫਲ ਮਿਲਦੇ ਆ ਸਾਧ ਸੰਗਤ। ਜਿਹੜੇ ਬੰਦੇ ਨੂੰ ਕੋਈ ਜਾਣਦਾ ਨਹੀਂ, ਜਿਹਨੂੰ ਕੋਈ ਪਛਾਣਦਾ ਨਹੀਂ, ਕੋਈ ਨਾ ਜਾਣੈ ਕੋਈ ਨਾ ਮਾਨੈ, ਸੇ ਪ੍ਰਗਟ ਹਰ ਦੁਆਰੇ। ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਹੁੰਦੀ, ਗੁਰੂ ਹੱਥ ਰੱਖ ਕੇ ਬਾਦਸ਼ਾਹੀਆਂ ਕਰਾ ਦਿੰਦਾ, ਉਹਨਾਂ ਨੂੰ ਰਾਜੇ ਬਣਾ ਦਿੰਦਾ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਆਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ। ਸਾਰੀ ਸੰਗਤ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰੀ ਦੇ ਮਾਲਕ। ਕਿੱਡੀਆਂ ਬਖਸ਼ਾਂ ਕਰਤੀਆਂ। ਛੋਟੇ ਜਿਹੇ ਥਾਣੇਦਾਰ ਵਰਗਾ ਰੈਂਕ ਹੋਣਾ ਉਹਦਾ, ਮਾੜਾ ਜਿਹਾ ਦੂਤ ਸੀਗਾ, ਕਾਬਲ ਦੀ ਸੂਬੇਦਾਰੀ ਦੇ ਦਿੱਤੀ ਹੈ। ਹਾਂਜੀ, ਜੇ ਤੱਕ ਬਚੇ ਤੁਰਕ ਲਿਓ ਸੰਗੇ। ਮਹਾਰਾਜ ਕਹਿੰਦੇ ਹਸਨ ਖਾਂ ਹੁਣ ਤੂੰ ਨੀਤੀ ਤੋਂ ਕੰਮ ਲੈ। ਜਿੰਨੇ ਤੁਰਕ ਬਚੇ ਹਨ ਇਹਨਾਂ ਨੂੰ ਨਾਲ ਲੈ ਕੇ ਵਾਪਸ ਬਾਦਸ਼ਾਹ ਦੀ ਕਚਹਿਰੀ 'ਚ ਜਾ, ਤੇ ਉੱਥੇ ਜਾ ਕੇ ਸਾਰਾ ਮਾਜਰਾ ਦੱਸ ਵੀ ਕੀ ਹੋਇਆ ਹੈ। ਸ਼ਾਹੋ ਜਹਾਂ ਕੋ ਸੁਧ ਦੇਹੋ ਆਤਾਏ। ਬਾਦਸ਼ਾਹ ਨੂੰ ਖਬਰ ਦਵੀਂ, ਦੱਸੀ ਉਹਨੂੰ ਵੀ ਤੇਰੀਆਂ ਫੌਜਾਂ ਮਾਰੀਆਂ ਗਈਆਂ ਨੇ, ਤੇਰਾ ਲਲਾ ਬੇਗ, ਕੰਬਰ ਬੇਗ, ਕਾਬਲ ਬੇਗ ਮਾਰੇ ਗਏ ਨੇ, ਤੇਰਾ ਸਾਰਾ ਦਲ ਖਤਮ ਹੋ ਗਿਆ, ਤੇ ਜੋ ਵੀ ਇੱਥੇ ਹੋਇਆ ਤੂੰ ਦੱਸ ਦੀ ਜਾ ਕੇ। ਹਾਂਜੀ, ਤਿੰਨ ਕੇ ਤੁਰੰਗ ਜੋ ਦਲ ਮਹਿ ਆਏ। ਉਹਨਾਂ ਦੇ ਜਿਹੜੇ ਘੋੜੇ ਬਚੇ ਘੋੜੇ ਨੇ, ਜਿਹੜੇ ਮਰ ਗਏ ਸੋ ਮਰ ਗਏ, ਜਿਹੜੇ ਫੌਜ ਦੇ ਬਚੇ ਹੋਏ ਘੋੜੇ ਨੇ ਉਹ ਤੈਨੂੰ ਅਸੀਂ ਵਾਪਸ ਕਰ ਦੇਣੇ, ਉਹ ਵਾਪਸ ਲੈ ਜਾ। ਹਾਂਜੀ, ਸੋ ਤੁਝ ਕੋ ਦਾ ਹੈ ਫਰਵਾਏ। ਉਹ ਅਸੀਂ ਤੈਨੂੰ ਵਾਪਸ ਕਰਾ ਦਿੰਨੇ ਆ। ਫੌਜ ਦੇ ਘੋੜੇ
ਉਹ ਆਪਣੇ ਲੈ ਜਾਓ। ਉਹ ਘੋੜੇ ਨਹੀਂ ਜਿਹੜੇ ਬਾਬਾ ਬਿਧੀ ਚੰਦ ਜੀ ਲੈ ਕੇ ਆਏ, ਉਹ ਨਹੀਂ ਦਿੱਤੇ। ਪਰ ਜਿਹੜੇ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੰਗ ਦੇ ਵਿੱਚ ਉੱਦਾਂ ਫੌਜਾਂ ਦੇ ਸਾਡੇ ਕਾਬੂ ਆ ਗਏ, ਉਹ ਅਸੀਂ ਵਾਪਸ ਕਰਾ ਦਿਆਂਗੇ। ਹਾਂਜੀ। ਸਹਿਤ ਸੈਨ ਸੁਤ ਬੰਦਪ ਜੇਤਕ, ਕਹਿੰਦੇ ਫੌਜ ਦੇ ਜਿਹੜੇ ਬੰਦੇ ਮਰੇ ਹਨ, ਉਹਨਾਂ ਦੇ ਜਿਹੜੇ ਪੁੱਤਰ ਧੀਆਂ ਗਾਂ ਰਿਸ਼ਤੇਦਾਰ ਹੋਣ, ਲਲਾ ਬੇਗ ਹੱਥ ਭਾ ਕਹਿ ਜਾਏ, ਉਹਨਾਂ ਨੂੰ ਵੀ ਖਬਰ ਪਹੁੰਚੇ ਵੀ ਤੁਹਾਡੇ ਪਰਿਵਾਰ ਬਾਦਸ਼ਾਹ ਨੇ ਮਰਵਾ ਦਿੱਤੇ ਨੇ, ਪਰ ਗੁਰੂ ਨੇ ਘੋੜੇ ਵਾਪਸ ਕਰਾਤੇ ਨੇ। ਲਲਾ ਬੇਗ ਨੂੰ ਕਹਿ ਦਿਓ, ਬਾਦਸ਼ਾਹ ਨੂੰ ਕਹਿ ਦਿਓ ਵੀ ਲਲਾ ਬੇਗ ਸਣੇ ਪਰਿਵਾਰ ਦੇ ਮਾਰਿਆ ਗਿਆ ਹੈ। ਸੁਨ ਗੁਰ ਹੁਕਮ ਸਿਦਕ ਕੋ ਧਰ ਉਰ, ਹਸਨ ਖਾਨ ਨੂੰ ਮਹਾਰਾਜ ਦੇ ਬਚਨ ਤੇ ਬੜਾ ਭਰੋਸਾ ਹੋ ਗਿਆ ਸੀ, ਸਿਦਕ ਹੋ ਗਿਆ ਸੀ ਵੀ ਜੋ ਬਾਦਸ਼ਾਹ ਕਹਿਣਗੇ ਮੰਨਣਾ ਹੈ, ਭਾਵੇਂ ਜਾਨ ਖਤਰੇ 'ਚ ਪੈਂਦੀ ਪੈ ਜਾਵੇ। ਮਹਾਰਾਜ ਦਾ ਬਚਨ ਮੰਨ ਕੇ ਭਇਓ ਤਿਆਰ ਨਿਸ਼ਚਾ ਬਚ ਪਾਏ, ਤਿਆਰ ਹੋਇਆ ਨਿਸ਼ਚਾ ਕਰਕੇ, ਭਰੋਸਾ ਕਰਕੇ। ਸੰਗ ਤੁਰਕ ਸਹਿਤ ਰੰਗ 100, ਸਾਧ ਸੰਗਤ ਜੀ, ਸੰਗ ਤੁਰਕ ਸਹਿਤ ਰੰਗ 100, ਕਹਿੰਦੇ 100 ਸਿਪਾਹੀ ਬਚਿਆ ਸੀ ਸਾਰਾ, 35,000 ਵਿੱਚੋਂ 100 ਹੀ ਬਚਿਆ ਸੀਗਾ। ਉਹ ਘੋੜਿਆਂ ਸਮੇਤ ਚਲਨ ਸਮੈ ਗੁਰ ਕੇ ਪਰ ਪਾਏ, ਸਾਰਿਆਂ ਨੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ। ਜਿਹੜੇ ਗੁਰੂ ਨੂੰ ਮਾਰਨ ਆਏ ਸੀ, ਗੁਰੂ ਦਾ ਸਿਰ ਵੱਢਣ ਆਏ ਸੀ, ਗੁਰੂ ਨੂੰ ਫੜ ਕੇ ਲਿਜਾਵਾਂਗੇ, ਗੁਰੂ ਕੋਲੋਂ ਘੋੜੇ ਖੋਹ ਕੇ ਬਾਦਸ਼ਾਹ ਨੂੰ ਦਿਆਂਗੇ, ਉਹ ਜਿਹੜੇ ਬਚੇ ਖੁਚੇ ਨੇ ਆਏ ਨੇ, ਅੱਖਾਂ ਨੀਵੀਆਂ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ, ਮਹਾਰਾਜ ਤੁਹਾਡਾ ਸ਼ੁਕਰ ਹੈ ਵੀ ਤੁਸੀਂ ਸਾਡੀ ਜਾਨ ਬਖਸ਼ ਦਿੱਤੀ ਹੈ, ਧੰਨਵਾਦ ਕਰਕੇ ਗਏ ਨੇ। ਕਿਰਪਾ ਕਰੀ ਤਬ ਸ਼੍ਰੀ ਹਰਗੋਬਿੰਦ, ਛੇਵੇਂ ਪਾਤਸ਼ਾਹ ਉਹਨਾਂ ਤੇ ਕਿਰਪਾ ਕੀਤੀ, ਕਿਉਂਕਿ ਗੁਰੂ ਦਾ ਕਿਸੇ ਨਾਲ ਵੈਰ ਕੋਈ ਨਹੀਂ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਾਈ। ਸਾਧ ਸੰਗਤ ਜੀ, ਨਿਰਵੈਰ ਪੁਰਖ ਸਤਿਗੁਰੂ ਕਿਸੇ ਨਾਲ ਵੀ ਵੈਰ ਨਹੀਂ ਕੀਤਾ। ਕਈ ਲੋਕ ਸਮਝਦੇ ਵੀ ਤੁਰਕਾਂ ਨਾਲ ਮੁਸਲਮਾਨਾਂ ਨਾਲ ਵੈਰ, ਮੁਸਲਮਾਨਾਂ ਨਾਲ ਕੋਈ ਵੈਰ ਨਹੀਂ। ਪੀਰ ਬੁੱਧੂ ਸ਼ਾਹ ਵੀ ਮੁਸਲਮਾਨ, ਗਨੀ ਖਾਂ ਨਬੀ ਖਾਂ ਵੀ ਮੁਸਲਮਾਨ, ਭੀਖਨ ਖਾਂ ਵੀ ਮੁਸਲਮਾਨ, ਨਿਹੰਗ ਖਾਂ ਵੀ ਮੁਸਲਮਾਨ। ਕਿੰਨੇ ਮੁਸਲਮਾਨਾਂ ਦਾ ਜ਼ਿਕਰ ਕਰੀਏ ਜਿਹੜੇ ਮਹਾਰਾਜ ਦੀ ਸੇਵਾ ਕਰਦੇ। ਛੇਵੇਂ ਦਸਵੇਂ ਪਾਤਸ਼ਾਹ ਦੀ ਤੀਰ ਸੋਨਾ ਲਾਇਆ ਹੁੰਦਾ ਸੀ, ਤਵਾ ਤੋਲਾ, ਦੁਸ਼ਮਣ ਮਰ ਜਾਵੇ ਤੇ ਉਹਦਾ ਕਫਨ ਬਣ ਜਾਵੇ, ਕਬਰ ਬਣ ਜਾਵੇ, ਦੁਸ਼ਮਣ ਜ਼ਖਮੀ ਹੋ ਜਾਵੇ, ਉਹਦਾ ਇਲਾਜ ਹੋ ਜਾਵੇ। ਇਹ ਕੌਣ ਕਰ ਸਕਦਾ ਨਿਰਵੈਰ ਸਤਿਗੁਰੂ ਤੋਂ ਬਿਨਾਂ। ਹੁਣ ਉਹਨਾਂ ਤੁਰਕਾਂ ਦੇ ਉੱਤੇ ਵੀ ਜਿਹੜੇ 150 ਬਚੇ ਸੀ, ਉਹਨਾਂ ਤੇ ਵੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ। ਬਹੁ ਮੌਲਾ ਦੇ ਕਰ ਸਿਰ ਪਾਏ, ਹਸਨ ਖਾਨ ਨੂੰ ਬਹੁ ਕੀਮਤੀ ਸਰੋਪਾ ਦਿੱਤਾ ਹੈ। ਕਰਿਓ ਬਿਸਰਜਨ ਗਮਨਿਓ ਤੂਰਨ, ਤੇ ਵਿਦਾ ਕਰਕੇ ਤੋਰ ਦਿੱਤਾ ਲਾਹੌਰ ਨੂੰ। ਹਸਨ ਖਾਨ 100 ਬੰਦੇ ਲੈ ਕੇ, ਬਚੇ ਖੁਚੇ ਘੋੜੇ ਲੈ ਕੇ ਪਰਤ ਗਿਆ ਹੈ। ਨਿਸ ਬਾਸੁਰ ਮਹਿ ਚਲਬੋ ਕੀਨ, ਕਿਉਂਕਿ ਸਫ਼ਰ ਕਾਫੀ ਸੀ, 200-250 ਮੀਲ ਸੀ ਲਾਹੌਰ ਤੋਂ, ਇੱਥੋਂ ਮਹਾਰਾਜ ਤੋਂ ਲਾਹੌਰ ਸ਼ਹਿਰ। ਤੁਰੀ ਗਿਆ ਹਸਨ ਖਾਨ, ਛੇਤੀ ਜਾ ਕੇ ਖਬਰ ਦੇਣੀ ਹੈ ਬਾਦਸ਼ਾਹ ਨੂੰ। ਦੇਨ ਹੇਤ ਸੁਧ ਸ਼ੀਘਰ ਕਰੰਤਾ, ਛੇਤੀ ਜਾਣ ਕੇ ਮਿਲਾਂ ਬਾਦਸ਼ਾਹ ਨੂੰ ਖਬਰ ਦੇਣੀ, ਇਸ ਕਰਕੇ ਸ਼ੀਘਰਤਾ ਕਰਦਾ, ਛੇਤੀ ਕਰਦਾ। ਸਿਮਰਤ ਸਤਿਗੁਰ ਨਾਮ ਪ੍ਰਬੀਨ, ਰਸਤੇ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਜਪਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਏਦਾਂ ਜਪੀ ਜਾਂਦਾ ਹੈ। ਲਵਪੁਰ ਪਹੁੰਚਿਓ ਮਹਾ ਤਖਤ ਹੋਏ, ਸਾਧ ਸੰਗਤ ਜੀ ਲਾਹੌਰ ਪਹੁੰਚਿਆ, ਬਹੁਤ ਥੱਕ ਗਿਆ ਹਸਨ ਖਾਂ। ਕਿਤਕ ਬਿਹਾਲ ਸੰਗ ਮਹਿਲੀਨ, ਕੁਝ ਬੰਦੇ ਹਾਲੋਂ ਬਿਹਾਲ ਹੋਏ ਨਾਲ ਹਨ ਇਹਦੇ। ਨਿਸ਼ ਪ੍ਰਭ ਕਾਇਲ ਬਿਨ ਉਤਸਾਹਾ, ਕਿਉਂਕਿ ਉਹਨਾਂ ਬੰਦਿਆਂ ਨੂੰ ਸੱਟਾਂ ਵੀ ਲੱਗੀਆਂ, ਹਾਰ ਕੇ ਆਏ ਨੇ, ਉਤਸ਼ਾਹ ਕਿਸੇ ਵਿੱਚ ਵੀ ਨਹੀਂ। ਬਾਦਸ਼ਾਹ ਨੂੰ ਕੀ ਮੂੰਹ ਦਿਖਾਣਾ ਵੀ ਅਸੀਂ ਕੀ ਕਰਕੇ ਆਏ ਹਾਂ, ਸਾਰੀ ਫੌਜ ਮਾਰੀ ਗਈ ਹੈ, ਉਦਾਸੀ ਦਾ ਮੰਜ਼ਰ ਹੈ ਸਾਰੇ ਪਾਸੇ। ਹਾਂਜੀ। ਫਟੇ ਬਸਤਰ ਅਰ ਸ਼ਸਤਰ ਬਹੀਨ, ਕੱਪੜੇ ਪਾਟੇ ਹੋਏ ਫੌਜੀਆਂ ਦੇ, ਸ਼ਸਤਰ ਖੋਲੇ ਸਿੱਖਾਂ ਦੇ, ਹਥਿਆਰ ਵੀ ਹੁਣ ਤੇ ਵਿਚਾਰੇ ਨਿਮੋ ਝੂਣੇ ਜੇ ਹੋਏ ਆਏ ਹਨ। ਦੋਹਰਾ ਆਪਣੋ ਆਪ ਦਿਖਾਏ ਕਰ, ਕਹਿੰਦੇ ਆਪਸ ਵਿੱਚ ਇੱਕ ਦੂਜੀ ਨੂੰ ਦਿਖਾਉਂਦੇ ਹਨ।
ਜੋ ਪਹੁੰਚਹਿ ਟਿਗ ਸਾਹੋ। ਜੇ ਬਾਦਸ਼ਾਹ ਕੋਲ ਜਾ ਕੇ ਗੱਲ ਕਰਨੀ ਹੈ, ਕਰਿਓ ਸੁਨਾਵਨ ਕਿਤਕ ਕੋ। ਕਹਿੰਦੇ ਫੌਜ ਨੂੰ ਦੱਸਿਆ ਇੱਕ ਦੂਜੀ ਨੂੰ। ਹੋਤੋ ਸੋ ਲਸ਼ਕਰ ਮਾਹੋ। ਜਿਹੜੇ ਫੌਜ ਦੇ ਵਿੱਚ ਲਸ਼ਕਰ ਵਿੱਚ ਸੂਰਮੇ ਸਨ ਉਹਨਾਂ ਨੂੰ ਮਿਲੇ ਹਨ। ਸਵਈਆ ਛੰਦ ਸ਼ਾਹੋ ਜਹਾਨ ਜਹੈਨ ਉਡੀਕਤ। ਉਧਰੋਂ ਬਾਦਸ਼ਾਹ ਦੀ ਸੁਣ ਲਓ। ਬਾਦਸ਼ਾਹ ਆਪਣੇ ਦਿਲਬਾਗ ਗੁਲਬਾਗ ਉਡੀਕ ਰਿਹਾ। ਲੱਲਾ ਬੇਗ ਗਿਆ ਹੋਇਆ, ਮੇਰੇ ਘੋੜੇ ਆਉਣਗੇ, ਵਾਪਸ ਲੈ ਕੇ ਆਵੇਗਾ। 35,000 ਮੇਰਾ ਲਸ਼ਕਰ ਗਿਆ, ਗੁਰੂ ਨੂੰ ਬੰਨ੍ਹ ਕੇ ਲਿਆਉਣਗੇ। ਗੁਰੂ ਹਰਗੋਬਿੰਦ ਨੂੰ ਗ੍ਰਿਫਤਾਰ ਕੀਤਾ ਹੋਵੇਗਾ, ਹੱਥ ਕੜੀਆਂ ਲਾਈਆਂ ਹੋਣਗੀਆਂ, ਬੇੜੀਆਂ ਪਾਈਆਂ ਹੋਣਗੀਆਂ, ਮੇਰੇ ਸਾਹਮਣੇ ਪੇਸ਼ ਕਰਨਗੇ। ਪਹੁੰਚਹਿ ਲਲਾ ਬੇਗ ਗੁਰ ਪਾਸ। ਲਲਾ ਬੇਗ ਗਿਆ, ਗੁਰੂ ਕੋਲ ਜਾ ਕੇ ਗੁਰੂ ਨੂੰ ਮਾਰੇਗਾ ਜਾਂ ਫੜੇਗਾ। ਕਰਹਿ ਜੰਗ ਗੁਰ ਕੋ ਗਹਿ ਅੰਨ ਹੈ। ਜੰਗ ਕਰੇਗਾ ਲਲਾ ਬੇਗ। ਬਾਦਸ਼ਾਹ ਆਪਣੇ ਮਨ 'ਚ ਕਿਹੜੇ ਸੁਪਨਿਆਂ ਦੇ ਮਹਿਲ ਉਸਾਰ ਰਿਹਾ ਸੀ, ਗੁਰੂ ਨੂੰ ਫੜ ਕੇ ਲਿਆਵੇਗਾ। ਕਿਦੋਂ ਲੜਤ ਹੀ ਹੋਏ ਬਿਨਾਸ਼। ਜਾਂ ਗੁਰੂ ਨੂੰ ਮਾਰ ਲਵੇਗਾ। ਜੇ ਜਿਉਂਦਾ ਨਾ ਗੁਰੂ ਫੜਿਆ ਗਿਆ ਤਾਂ ਕਮ ਸੇ ਕਮ ਗੁਰੂ ਦਾ ਸਿਰ ਵੱਢ ਕੇ ਤਾਂ ਜ਼ਰੂਰ ਲਿਆਵੇਗੀ ਮੇਰੀ ਫੌਜ। ਲਸ਼ਕਰ ਕਨੋ ਸੰਗ ਤਿਸ ਗਮਨਿਓ। ਕਿਉਂਕਿ ਲਲਾ ਬੇਗ ਨਾਲ 35,000 ਫੌਜ ਗਈ ਹੈ, ਕੋਈ ਥੋੜੀ ਫੌਜ ਨਹੀਂ ਗਈ। ਕੋ ਲੜ ਧਰਹਿ ਵਿਜੈ ਕੀ ਆਸ। ਕਿਹੜਾ ਸੂਰਮਾ ਸਾਡੇ ਸਾਹਮਣੇ ਅੜ ਸਕਦਾ? ਅਸੀਂ ਹਿੰਦੁਸਤਾਨ ਦੇ ਮਾਲਕ, ਮੁਗਲਾਂ ਦਾ ਬਾਦਸ਼ਾਹ ਮੈਂ, ਮੇਰੀਆਂ ਫੌਜਾਂ ਦੇ ਸਾਹਮਣੇ ਕਿਹੜਾ ਖੜ ਸਕਦਾ? ਗੁਰੂ ਕੋਲ ਭਲਾ ਕਿੰਨੀ ਕੁ ਫੌਜ ਹੋਵੇਗੀ ਜਿਹੜਾ ਮੇਰੀ ਫੌਜ ਦਾ ਮੁਕਾਬਲਾ ਕਰ ਲਵੇ? ਬਸ ਆ ਗਿਆ ਲਲਾ ਬੇਗ ਤੇ ਆਇਆ ਲਲਾ ਬੇਗ, ਇਉਂ ਸੋਚੀ ਜਾਂਦਾ ਹੈ। ਅਸ ਦਿਲ ਬਾਗ ਅਪਰ ਗੁਲ ਬਾਗ ਹੈ। ਮੇਰਾ ਦਿਲਬਾਗ, ਮੇਰਾ ਗੁਲਬਾਗ, ਬੜੇ ਸੋਹਣੇ ਮੇਰੇ ਘੋੜੇ ਵਾਪਸ ਆ ਜਾਣਗੇ। ਲਿਆਵਹਿ ਗੋਬੜ ਓਜ ਪ੍ਰਕਾਸ਼। ਆਪ ਕੋਈ ਸੂਰਮਾ ਯੋਧਾ ਮੇਰਾ ਸੂਰਮਾ ਲਲਾ ਬੇਗ ਲਿਆਵੇਗਾ। ਜਬ ਕੇ ਗਏ ਨਹੀਂ ਸੁਧ ਆਈ। ਫਿਰ 3-4 ਦਿਨ ਲੰਘ ਗਏ ਨੇ, 5 ਦਿਨ ਲੰਘ ਗਏ ਨੇ, ਹਫਤਾ ਲੰਘ ਗਿਆ। ਕਹਿੰਦੇ ਕਈ ਦਿਨ ਹੋ ਗਏ, ਕੋਈ ਖਬਰ ਕਿਉਂ ਨਹੀਂ ਆਈ ਵਾਪਸ? ਕੀ ਬਣਿਆ ਉੱਥੇ? ਉਹਦੀ ਖਬਰ ਆਉਣੀ ਚਾਹੀਦੀ ਸੀ ਇੰਨੇ ਚਿਰ ਨੂੰ। ਰਣ ਹੋਏ ਉਹ ਕਹਿ ਨਹੀਂ ਮਹਾਨ। ਉੱਥੇ ਲੜਾਈ ਹੋਈ ਹੈ ਕਿ ਨਹੀਂ ਹੋਈ? ਬਾਦਸ਼ਾਹ ਸੋਚਦਾ ਸ਼ਾਇਦ ਲੜਾਈ ਤੋਂ ਬਿਨਾਂ ਹੀ ਕੰਮ ਸਰ ਗਿਆ ਹੋਵੇ। ਨਿਸ ਬਾਸਰ ਤੂਰਨ ਹੀ ਗਮਨੇ। ਕਿਉਂਕਿ ਸਾਡੀ ਫੌਜ ਬੜੀ ਛੇਤੀ ਨਾਲ ਗਈ ਹੈ, ਨਹਿ ਬਿਸਰਾਮ ਕੀਨ ਕੇ ਸਥਾਨ। ਕਿਤੇ ਵੀ ਫੌਜ ਰੁਕੀ ਨਹੀਂ। ਇਹ ਰਿਪੋਰਟਾਂ ਪਹਿਲਾਂ ਮਿਲਦੀਆਂ ਰਹੀਆਂ ਨੇ। ਫੌਜਾਂ ਲਗਾਤਾਰ ਹੀ 40 ਘੰਟਿਆਂ 'ਚ ਪਹੁੰਚ ਗਈਆਂ ਸਨ। 40 ਘੰਟਿਆਂ ਦੇ ਵਿੱਚ ਫੌਜ ਜਿਹੜੀ ਹੈ ਉਹ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਕੋਲ ਅੱਪੜ ਗਈ ਸੀ। ਪਰ ਉਹ 40 ਘੰਟੇ ਲਗਾਤਾਰ ਸਫ਼ਰ ਕਰਨ ਕਰਕੇ ਥੱਕ ਟੁੱਟ ਕੇ ਭੁੱਖੇ ਭਾਣੇ ਲੜਾਈ ਤੋਂ ਨਕੰਮੇ ਹੋ ਗਏ। ਅੱਗੇ ਠੰਡ ਬੜੀ ਸੀ, ਆਹ ਹੀ ਦਿਨ ਸੀਗੇ, ਪੂਰੀ ਬਾਹਰ ਫਰੀਜ਼ਿੰਗ ਹੋਈ ਪਈ ਸੀ, ਹੱਥ ਠੰਡੇ ਠਾਰ, ਬੰਦੂਕ ਚੱਲਦੀ ਨਹੀਂ ਸੀ, ਤਲਵਾਰ ਚੱਲਦੀ ਨਹੀਂ ਸੀ। ਉਹ ਉਸ ਕਰਕੇ ਮਾਰੇ ਗਏ ਸਨ ਠੰਡ ਦੇ ਵਿੱਚ। ਹਾਂਜੀ, ਇੱਕ ਵਾਰ ਇਹ ਅਰਜ਼ੀ ਭੇਜੀ। ਹਾਂ, ਇੱਕ ਵਾਰੀ ਤਾਂ ਅਰਜ਼ੀ ਆਈ ਸੀ ਵੀ ਅਸੀਂ ਪਹੁੰਚ ਚੱਲੇ ਹਾਂ। ਗੁਰ ਹਵਾਲ ਨਹਿ ਲਖਿਓ ਨਾ ਜਾਣ। ਪਰ ਅਜੇ ਦੂਜੀ ਖਬਰ ਨਹੀਂ ਆਈ ਵੀ ਗੁਰੂ ਫੜਿਆ ਗਿਆ ਕਿ ਨਹੀਂ ਫੜਿਆ ਗਿਆ। ਕਹਾਂ ਭਇਓ ਕਹਿ ਮਿਲਿਓ ਇਨਹੋ ਸੋ। ਕੀ ਹੋਇਆ ਕਿ ਗੁਰੂ ਹਰਗੋਬਿੰਦ ਕਿਤੇ ਹੱਥ ਜੋੜ ਕੇ ਸੁਲ੍ਹਾ ਸਫਾਈ ਲਈ ਤਾਂ ਨਹੀਂ ਆ ਗਿਆ? ਕਿਤੇ ਉਹ ਗੁਰੂ ਨੇ ਆਪੇ ਹੀ ਤਾਂ ਨਹੀਂ ਹਥਿਆਰ ਸੁੱਟ ਦਿੱਤੇ? ਦੇ ਕਰ ਸੁੰਦਰ ਚਪਲ ਕੇ ਕਾਨ। ਹੋ ਸਕਦਾ ਗੁਰੂ ਡਰ ਗਿਆ ਹੋਵੇ ਤੇ ਡਰਦੇ ਨੇ ਘੋੜੇ ਦੇ ਦਿੱਤੇ ਹੋਣ ਤੇ ਸਾਡੀ ਈਨ ਮੰਨ ਲਈ। ਸਾਡੇ ਅੱਗੇ ਭਲਾ ਕੌਣ ਖੜ ਸਕਦਾ? ਬਾਦਸ਼ਾਹ ਇਦਾਂ ਦੇ ਫੁਰਨੇ ਮਨ 'ਚ ਸੋਚੀ ਜਾਂਦਾ। ਸਭਾ ਬਿਖੈ ਉਮਰਾਵਨ ਕੇ ਢਿਗ। ਕਹਿੰਦੇ ਬਾਦਸ਼ਾਹ ਆਪਣੇ ਅਫਸਰਾਂ ਦੇ ਨਾਲ ਬੈਠਾ ਇਦਾਂ ਦੀਆਂ ਗੱਲਾਂ ਰੋਜ਼ ਕਰਦਾ, ਆਪਣੇ ਦਰਬਾਰੀਆਂ ਨਾਲ ਇਹ ਗੱਲ ਛੇੜਦਾ। ਸ਼ਾਹੋ ਜਹਾਂ ਇਮਕੀਨ ਬਖਾਨ। ਅੱਜ ਬਾਦਸ਼ਾਹ ਨੇ ਕਚਹਿਰੀ 'ਚ ਇੱਕ ਗੱਲ ਛੇੜੀ। ਕਹਿਣ ਲੱਗਾ, ਲੱਗਦਾ ਗੁਰੂ ਹਰਗੋਬਿੰਦ ਨੇ ਅੱਗੋਂ ਮੁਕਾਬਲਾ ਨਹੀਂ ਕੀਤਾ ਹੋਣਾ। ਮੈਨੂੰ ਨਹੀਂ ਲੱਗਦਾ, ਕਿਉਂਕਿ ਸਾਡੀਆਂ ਫੌਜਾਂ ਦੇ ਸਾਹਮਣੇ ਕੌਣ ਇੰਨਾ ਹੌਸਲਾ ਕਰੇਗਾ ਲੜਨ ਦਾ। ਹਾਂਜੀ, ਸੁਨਤ ਸਲਾਬਤ ਖਾਨ ਭਨਿਓ ਤਬ। ਉਸ ਵੇਲੇ ਇੱਕ ਅਫਸਰ ਬੈਠਾ ਸੀ, ਸਲਾਬਤ ਖਾਨ। ਉਹ ਕਹਿਣ ਲੱਗਾ, ਤਹ ਤੇ ਆਇਵ ਇੱਕ ਅਫਗਾਨ। ਸੁਣੋ ਜੀ, ਬਾਦਸ਼ਾਹ ਸਲਾਮਤ ਜਾਂ ਪਨਾ, ਮੈਨੂੰ ਹੁਣੇ ਖਬਰ ਮਿਲੀ ਹੈ, ਘੰਟਾ ਕੁ ਪਹਿਲਾਂ ਬੰਦਾ ਦੱਸ ਰਿਹਾ ਸੀ ਕਿ ਇੱਕ ਅਫਗਾਨੀ ਅਫਸਰ, ਇੱਕ ਪਠਾਨ ਆਇਆ ਹੈ। ਨਿਕਟ ਆਪ ਕੇ ਅਬ ਮੈਂ ਆਵਤ। ਉਹ ਤੁਹਾਡੇ ਕੋਲ, ਮੈਂ ਜਦੋਂ ਤੁਹਾਡੇ ਕੋਲ ਆ ਰਿਹਾ ਸੀ ਮੈਨੂੰ ਮਿਲਿਆ ਹੈ। ਕਰਿਓ ਬਿਲੋਕਨ ਬੂਜਨ ਠਾਨ। ਮੈਂ ਉਹਨੂੰ ਪੁੱਛਿਆ ਸੀ ਵੀ ਤੂੰ ਕਿੱਥੋਂ ਆਇਆ ਹੈ?
ਕਹਿਓ ਤਾਹੀਂ ਜੰਗਲ ਕੇ ਦਿਸ਼ ਤੇ। ਉਹ ਕਹਿੰਦਾ ਜੰਗਲ ਵਾਲੇ ਪਾਸਿਓਂ ਮਾਲਵੇ ਵਿੱਚੋਂ ਆਇਆ ਹਾਂ। ਲਲਾ ਬੇਗ ਸੰਗੀ ਮੁਝ ਜਾਨ। ਉਹ ਕਹਿੰਦਾ ਸੀ ਮੈਂ ਲੱਲਾ ਬੇਗ ਦਾ ਸਾਥੀ ਹਾਂ। ਇਤਨੀ ਸੁਨਤ ਚਲਿਓ ਮੈਂ ਆਇਬ। ਬਸ ਇੰਨੀ ਗੱਲ ਮੈਂ ਸੁਣੀ, ਬਾਕੀ ਨਹੀਂ ਮੈਂ ਸੁਣੀ। ਸਲਾਬਤ ਖਾਨ ਕਹਿੰਦਾ ਇੰਨੀ ਸੁਣੀ ਹੈ ਵੀ ਲੱਲਾ ਬੇਗ ਦੇ ਨਾਲ ਦੇ ਕੁਝ ਬੰਦੇ ਆਏ ਆ, ਬਾਕੀ ਵੀ ਨਹੀਂ ਪਤਾ। ਬਾਦਸ਼ਾਹ ਸਲਾਮਤ ਵੀ ਅੱਗੇ ਉਹਨੇ ਗੱਲ ਪੂਰੀ ਦੱਸੀ ਵੀ ਨਹੀਂ, ਸਿਰਫ ਇੰਨੀ ਦੱਸੀ ਆ ਵੀ ਮੈਂ ਲੱਲਾ ਬੇਗ ਦੇ ਨਾਲ ਦਾ ਬੰਦਾ ਹਾਂ। ਹਾਂਜੀ, ਅਪਰ ਪ੍ਰਸੰਗ ਕਹਿਓ ਨਹਿ ਕੋਏ। ਹੋਰ ਨਹੀਂ ਕੋਈ ਗੱਲ ਮੈਨੂੰ ਦੱਸੀ। ਸ਼ਾਹੋ ਜਹਾਂ ਸੁਨ ਚਹਤ ਭਇਓ ਤਬ। ਬਾਦਸ਼ਾਹ ਨੂੰ ਹੁਣ ਉੱਚੋ ਪੇੜੇ ਲੱਗੇ ਹੋਏ ਸੀ, ਫਟਾਫਟ ਗੱਲ ਮੇਰੇ ਖਬਰ ਆਵੇ। ਕਹਿੰਦਾ ਹੈ ਲੱਲਾ ਬੇਗ ਦਾ ਬੰਦਾ ਆਇਆ, ਫਟਾਫਟ ਬੁਲਾਓ, ਮੈਨੂੰ ਦੱਸੋ ਕੀ ਖਬਰ ਆਈ ਹੈ। ਅਨਹੁ ਸ਼ੀਗਰ ਦੇਹ ਸੁਧ ਸੋਏ। ਛੇਤੀ ਲਿਆਓ, ਮੈਨੂੰ ਖਬਰ ਦਵੇ ਆ ਕੇ। ਔਰ ਬਿਖੈਰੋ ਕਹਿ ਨਹਿ ਕੋ। ਉਹ ਜਿਹੜਾ ਬੰਦਾ ਆਇਆ ਨਾ ਲੱਲਾ ਬੇਗ ਦੇ ਨਾਲ ਦਾ, ਉਹਨੂੰ ਦਰਵਾਜ਼ੇ 'ਚ ਰੋਕਣਾ ਨਹੀਂ। ਦਰਵਾਜ਼ੇ ਵਾਲੇ ਨੂੰ ਕਹਿ ਦਿਓ ਵੀ ਉਸ ਬੰਦੇ ਨੂੰ ਫਟਾਫਟ ਮੇਰੇ ਕੋਲ ਪਹੁੰਚਾਓ। ਸਕਲ ਬਿਰਤਾਂਤ ਕਹੈ ਜਿਮ ਹੋਏ। ਮੈਨੂੰ ਫਟਾਫਟ ਖਬਰ ਮਿਲਣੀ ਚਾਹੀਦੀ, ਲੱਲਾ ਬੇਗ ਕੀ ਕਰਕੇ ਆ ਰਿਹਾ ਹੈ। ਸੁਨਤ ਅਰਜ਼ ਬੇਗੀ ਤਬ ਤੂਰਨ। ਅਰਜ਼ ਬੇਗੀ ਹੁੰਦੇ ਨੇ ਜਿਹੜੇ ਅੱਗੇ ਬਾਦਸ਼ਾਹ ਦੇ ਅਰਜ਼ਾਂ ਫਟਾਫਟ ਦੌੜ ਕੇ ਖਬਰ ਦਿੰਦੇ ਨੇ। ਬਾਦਸ਼ਾਹ ਦਾ ਹੁਕਮ ਨਿਕਲਦਾ ਉਹ ਭੱਜ ਪੈਂਦੇ ਆ। ਉਸੇ ਵੇਲੇ ਦੌੜਿਆ ਅਰਜ਼ ਬੇਗੀ। ਨਿਕਸਿਓ ਵਹਿਰ ਪਠਿਓ ਨਰ ਜੋਏ। ਕਹਿੰਦੇ ਉਹ ਬਾਹਰ ਨਿਕਲਿਆ ਤੇ ਦੌੜ ਕੇ ਉਸਨੇ ਬੰਦਾ ਭਜਾਇਆ ਅੱਗੇ। ਲਲਾ ਬੇਗ ਡੇਰੇ ਥਲ ਗਮਨ ਹੋ। ਜਾਓ ਵੀ ਲੱਲਾ ਬੇਗ ਦੇ ਡੇਰੇ ਵਿੱਚ ਜਾਓ। ਤਹ ਨਵੀਨ ਆਏ ਅਸਵਾਰ। ਸੁਣਿਆ ਉੱਥੇ ਕੁਝ ਲੱਲਾ ਬੇਗ ਦੇ ਸਾਥੀ ਘੋੜਸਵਾਰ ਆਏ ਨੇ, ਉਹਨਾਂ ਨੂੰ ਅੰਦਰ ਬੁਲਾਓ। ਤਿੰਨ ਮਹਿ ਮੁਖ ਤਹਿ ਤੁਰਤ ਹਕਾਰ ਹੋ। ਜਿਹੜਾ ਉਹਨਾਂ ਬੰਦਿਆਂ ਚੋਂ ਮੁਖੀ ਹੈ ਵੱਡਾ, ਉਹਨੂੰ ਬੁਲਾਓ। ਹਜ਼ਰਤ ਅਦਕ ਸ਼ਿਗਰਤਾ ਧਾਰ। ਸ਼ਹਿਨਸ਼ਾਹ ਜਾਂ ਆਪਣਾ ਬਾਦਸ਼ਾਹ ਸ਼ਾਹਜਹਾਨ ਬੜੀ ਕਾਹਲੀ ਨਾਲ ਬੁਲਾ ਰਹੇ ਨੇ। ਸੁਨਤ ਧਾਏ ਗਮਨਿਓ ਹੈ ਚਰ ਕੈ। ਕਹਿੰਦੇ ਉਹ ਬੰਦਾ ਘੋੜੇ ਤੇ ਚੜ ਕੇ ਗਿਆ ਲੈਣ ਵਾਸਤੇ ਹਸਨ ਖਾਂ ਨੂੰ। ਖੋਜ ਗਇਓ ਤਿਸ ਥਲ ਬਿਨ ਬਾਰ। ਬਿਨਾਂ ਦੇਰੀ ਦੇ ਉੱਥੇ ਪਹੁੰਚਿਆ। ਉਤਰਿਓ ਹੋ ਤੋ ਹਸਨ ਖਾਂ ਅਸਤੇ। ਜਿੱਥੇ ਹਸਨ ਖਾਂ ਜੇ ਘੋੜੇ ਤੋਂ ਉਤਰਿਆ ਹੀ ਸੀ ਆ ਕੇ। ਤਬ ਹੂੰ ਪਹੁੰਚਿਓ ਕਰੇ ਉਚਾਰ। ਉਹਨੇ ਨੂੰ ਬਾਦਸ਼ਾਹ ਦਾ ਸੰਦੇਸ਼ਾ ਪਹੁੰਚ ਗਿਆ। ਹਜ਼ਰਤ ਤੋਹੇ ਹਕਾਰਤ ਅਬ ਹੀ। ਹਸਨ ਖਾਂ ਜੀ ਤੈਨੂੰ ਬਾਦਸ਼ਾਹ ਸਲਾਮਤ ਹੁਣੇ ਬੁਲਾ ਰਹੇ ਨੇ। ਚਲੋ ਸ਼ਿਗਰ ਨਹਿ ਬਿਲਮ ਲਗਾਏ। ਛੇਤੀ ਕਰੋ, ਦੇਰੀ ਨਾ ਕਰੋ। ਸੁਨਤ ਪਹਿਰ ਪੋਸ਼ਿਸ਼ ਬਹੁਮੋਲੀ। ਹਸਨ ਖਾਂ ਨੇ ਕੱਪੜੇ ਪਾਏ ਫਟਾਫਟ। ਗਮਨਿਓ ਸੰਗ ਪੌਰ ਪਰ ਆਏ। ਔਰ ਨਾਲ ਦੇ ਨਾਲ ਉਸੇ ਵੇਲੇ ਬਾਦਸ਼ਾਹ ਦੀ ਕਚਹਿਰੀ ਨੂੰ ਤੁਰ ਪਿਆ। ਖਰੋ ਸਲਾਬਤ ਖਾਨ ਅਗਾਰੀ। ਅੱਗੇ ਸਲਾਬਤ ਖਾਂ ਖੜਾ ਸੀ। ਲੇਕਰ ਸਾਥ ਗਇਓ ਅਗਵਾਏ। ਸਲਾਬਤ ਖਾਂ ਹਸਨ ਖਾਂ ਦੀ ਬਾਹ ਫੜ ਕੇ ਉਹਨੂੰ ਕਚਹਿਰੀ 'ਚ ਲੈ ਗਿਆ ਅੱਗੇ ਬਾਦਸ਼ਾਹ ਕੋਲ। ਤਸਲੀਮਾਤ ਕਰਤ ਬਹੁ ਬਾਰੀ। ਬਾਦਸ਼ਾਹ ਨੂੰ 7 ਵਾਰੀ ਝੁੱਕੇ ਹਸਨ ਖਾਂ ਨੇ ਸਲਾਮ ਕੀਤੀ। ਜੋ ਮਰਜ਼ਾਦਾ ਬਾਦਸ਼ਾਹ ਦੇ ਦਰਬਾਰ ਦਾ ਸਜਦਾ ਕੀਤਾ ਹੈ। ਸ਼ਾਹੋ ਜਹਾਂ ਟਿਕ ਪਹੁੰਚਿਓ ਜਾਏ। ਬਾਦਸ਼ਾਹ ਦੀ ਕਚਹਿਰੀ 'ਚ ਆ ਕੇ ਸਾਹਮਣੇ ਖਲੋ ਗਿਆ ਹਸਨ ਖਾਂ ਦੂਤ। ਗੁਰ ਸਿੱਖ ਨਿਕਟ ਵਜ਼ੀਰ ਖਾਨ ਤਬ। ਉਸ ਵੇਲੇ ਗੁਰੂ ਕਾ ਸਿੱਖ ਭਾਈ ਵਜ਼ੀਰ ਖਾਂ। ਇਹ ਸਾਧ ਸੰਗਤ ਜੀ ਮੁਸਲਮਾਨ ਪਠਾਨ 2 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦਾ ਸੀ। ਸਾਹਿਬ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ, ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਜਲੋਧਰ ਦਾ ਰੋਗ ਠੀਕ ਹੋਇਆ ਸੀ। ਗੁਰੂ ਕਾ ਪਿਆਰਾ ਵਜ਼ੀਰ ਖਾਂ ਸਮਝ ਗਿਆ ਵੀ ਕਲਾ ਵਰਤ ਚੁੱਕੀ ਹੈ। ਇਹਦੇ ਚਿਹਰੇ ਤੋਂ ਲੱਗਦਾ ਪਿੱਛੇ ਫੌਜਾਂ ਜਿਹੜੀਆਂ ਗਈਆਂ ਵਾਪਸ ਨਹੀਂ ਆਈਆਂ। ਹਾਂਜੀ, ਬਹੁ ਬੁੱਧਵੰਤ ਨੀਤ ਕੋ ਗਿਆਨ। ਬਹੁਤ ਬੁੱਧੀਮਾਨ, ਬਹੁਤ ਸਿਆਣਾ, ਨੀਤੀਵਾਨ ਭਾਈ ਵਜ਼ੀਰ ਖਾਨ। ਗੁਰ ਪਗ ਪੰਕਜ ਨਿਸ਼ਚਾ ਜਿਸ ਕੈ। ਜਿਹਦੇ ਮਨ 'ਚ ਸਤਿਗੁਰਾਂ ਦੇ ਉਚਰਨਾਂ ਦੇ ਦ੍ਰਿੜ ਨਿਸ਼ਚਾ ਸੀਗਾ ਵੀ ਕੁਛ ਵੀ ਹੋ ਜਾਵੇ ਗੁਰੂ ਤੋਂ ਵੱਢ ਕੇ ਕਿਸੇ ਨੂੰ ਨਹੀਂ ਸੀ ਸਮਝਦਾ। ਹਾਂਜੀ, ਹਿਰਦੈ ਕਮਾਵਤ ਸਿਦਕ ਮਹਾਨ। ਇਹ ਮੁਸਲਮਾਨ ਹੋ ਕੇ ਗੁਰਸਿੱਖੀ ਦੀ ਰਹਿਤ ਵਿੱਚ ਪੱਕਾ ਸੀ, ਬਾਣੀ ਦਾ ਅਭਿਆਸੀ ਸੀ। ਵੱਡ ਉਮਰਾਵ ਕਹਿਓ ਜਿਸ ਮਨ ਹੈ। ਇਹਦਾ ਸਾਰੀ ਕਚਹਿਰੀ ਦੇ ਅਫਸਰ ਕਹਿਣਾ ਮੰਨਦੇ ਸਨ। ਦੇ ਹਜ਼ਰਤ ਕੋ ਸੀਖ ਸੁਜਾਨ। ਬਾਦਸ਼ਾਹ ਨੂੰ ਚੰਗੀ ਸਿੱਖਿਆ ਦਿੰਦਾ ਸੀ, ਚੰਗੀ ਮੱਤ ਦਿੰਦਾ ਹੁੰਦਾ ਸੀ। ਹਾਲਤ ਪਾਲਤ ਮਹਿ ਜਸ ਅਰ ਸੁਖ ਹੋਏ। ਇਹੋ ਜੀ ਮੱਤ ਦਿੰਦਾ ਸੀ ਵੀ ਜਿਹਦੇ ਨਾਲ ਬੰਦੇ ਦਾ ਲੋਕ ਵੀ ਸੁਧਰੇ ਤੇ ਪਰਲੋਕ ਵੀ ਸੁਧਰੇ। ਹਾਂਜੀ, ਕਹੈ ਬਾਤ ਸ਼ੁਭ ਲੈ ਸਭ ਮਾਨ। ਇਹਦੀ ਗੱਲ ਮੰਨਦੇ ਵੀ ਸਾਰੇ ਸਨ। ਹਸਨ ਖਾਨ ਕੀ ਦਿਸ਼ ਕੋ ਪਿਖ ਕਰ। ਕਹਿੰਦੇ ਹਸਨ ਖਾਂ ਵੱਲ ਵਜ਼ੀਰ ਖਾਂ ਨੇ ਵੇਖਿਆ। ਸ਼ਾਹੋ ਜਹਾਂ ਤਬ ਬੂਜਨ ਕੀਨ। ਤੇ ਬਾਦਸ਼ਾਹ ਨੇ ਵੀ ਵੇਖਿਆ। ਬਾਦਸ਼ਾਹ ਨੇ ਪੁੱਛਿਆ, ਕਹੋ ਕਿਮ ਭਈ ਗੁਰੂ ਸੰਗ ਮਿਲ ਕਰ। ਹਾਂ ਬਈ ਦੱਸ, ਗੁਰੂ ਨਾਲ ਕਿਵੇਂ ਮੁਲਾਕਾਤ ਹੋਈ ਹੈ ਤੁਹਾਡੀ? ਦੌਨ ਤੁਰੰਗਮ ਭੀ ਤੁਨ ਲੀਨ। ਉਹ 2 ਘੋੜਿਆਂ ਦਾ ਕੀ ਬਣਿਆ ਜਿਹੜੇ ਮੇਰੇ ਗੁਰੂ ਕਾ ਸਿੱਖ ਕੱਢ ਕੇ ਲੈ ਗਿਆ ਸੀ ਵਿਧੀ ਚੰਦ? ਉਹ ਘੋੜੇ ਲਿਆਂਦੇ ਨੇ ਕਿ ਨਹੀਂ ਲਿਆਂਦੇ?
ਮੇਲ ਕਰਿਓ ਕਹਿ ਲਰਿਓ ਸਾਮੋਹੇ। ਗੁਰੂ ਨੇ ਸਾਡੇ ਨਾਲ ਸੁਲ੍ਹਾ ਕਰ ਲਈ ਹੈ ਕਿ ਗੁਰੂ ਨੇ ਲੜਾਈ ਕੀਤੀ ਹੈ ਅੱਗੋਂ? ਕਿਸ ਥਲ ਮਿਲੇ ਗੁਰੂ ਕਿਤ ਚੀਨ। ਗੁਰੂ ਕਿੱਥੇ ਮਿਲਿਆ ਹੈ? ਕਿਵੇਂ ਹੈ? ਗੁਰੂ ਫੜ ਕੇ ਲਿਆਉਂਦਾ ਗੁਰੂ ਨੂੰ ਕਿ ਨਹੀਂ ਲਿਆਏ ਫੜ ਕੇ? ਸਕਲ ਪ੍ਰਸੰਗ ਸ਼ੋਰ ਤੇ ਭਾਖੋ। ਸਾਰੀ ਗੱਲ ਦੱਸ ਸਾਨੂੰ ਖੋਲ ਕੇ। ਲਲਾ ਬੇਗ ਜਿਮ ਕਰਿਓ ਪ੍ਰਬੀਨ। ਜੋ ਲਲਾ ਬੇਗ ਨੇ ਕੀਤਾ ਹੈ, ਕਾਰਵਾਈ ਕੀਤੀ, ਜੰਗ ਜਿੱਤਿਆ, ਜਾਂ ਜੰਗ ਤੋਂ ਬਿਨਾਂ ਹੀ ਕੰਮ ਬਣ ਗਿਆ, ਜਾਂ ਗੁਰੂ ਨੇ ਆਪੇ ਹੀ ਸਰੈਂਡਰ ਕਰ ਦਿੱਤਾ, ਜਾਂ ਗੁਰੂ ਨੇ ਮੁਕਾਬਲਾ ਕੀਤਾ, ਸਾਰੀ ਗੱਲ ਦੱਸ। ਸੋ ਇਸ ਤਰ੍ਹਾਂ ਜਦੋਂ ਬਾਦਸ਼ਾਹ ਨੇ ਪੁੱਛਿਆ, ਹਸਨ ਖਾਨ ਨੇ ਦੱਸਣਾ ਹੀ ਸੀ ਵੀ ਜੋ ਕੁਝ ਹੋਇਆ ਕਿ 35,000 ਫੌਜ ਤੁਹਾਡੀ ਮਾਰੀ ਗਈ ਹੈ, ਲਲਾ ਬੇਗ, ਕਾਬਲ ਬੇਗ, ਕੰਬਰ ਬੇਗ ਵੀ ਮਾਰੇ ਗਏ ਨੇ, ਘੋੜੇ ਉਹ ਤਾਂ ਕੀ ਆਉਣੇ ਸੀ, ਜਿਹੜੇ ਨਾਲ ਗਏ ਸੀ ਉਹ ਵੀ ਉੱਥੇ ਮਰਵਾ ਬੈਠੇ ਆ, ਕੱਖ ਨਹੀਂ ਬਚਿਆ, ਜੋ ਕੁਝ ਬਚਿਆ ਉਹ ਅਸੀਂ ਲੈ ਕੇ 100 ਬੰਦਾ ਤੁਹਾਡੇ ਕੋਲ ਆ ਗਏ ਆ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸੋ ਸਾਧ ਸੰਗਤ ਜੀ, ਆਪਾਂ ਰਾਤ 12 ਵਜੇ ਤਾਈਂ ਗੁਰੂ ਦੇ ਚਰਨਾਂ 'ਚ ਦੀਵਾਨ ਦੀਆਂ ਹਾਜ਼ਰੀਆਂ ਭਰਨੀਆਂ, ਗੁਰੂ ਗੁਰੂ ਜਪਣਾ ਤੇ ਗੁਰੂ ਗੁਰੂ ਧਿਆਣਾ, ਸੇਵਾ ਕਰਨੀ ਹੈ। ਜਿਵੇਂ ਵੀ ਹੋ ਸਕੇ, ਕਿਸੇ ਨੂੰ ਲੰਗਰ ਦੀ ਸੇਵਾ ਮਿਲਦੀ ਲੰਗਰ ਦੀ ਕਰੋ, ਕੋਈ ਹੋਰ ਸੇਵਾ, ਪਾਰਕਿੰਗ ਦੀ ਸੇਵਾ, ਜਿਹੜੀ ਵੀ ਭਾਈ ਨਾਲ ਮਿਲ ਕੇ ਆਪਾਂ ਪਿਆਰ ਨਾਲ ਸਾਰਾ ਕੁਝ ਕਰੀਏ। ਗੁਰੂ ਸਾਹਿਬ ਕਿਰਪਾ ਕਰਨ, ਨਵਾਂ ਸਾਲ ਆਰੰਭ ਹੋਵੇ। ਹੇ ਗੋਬਿੰਦ, ਹੇ ਗੋਪਾਲ, ਹੇ